ਹੁਣ ਬਹੁਤ ਲੋਕ ਸੋਚਣਗੇ ਕਿ ਮਾਈ ਮੁਮਤਾਜ਼ ਦੀ ਕੀ ਦੇਣ ਹੈ ਸਿੱਖ ਇਤਿਹਾਸ ਦੇ ਵਿੱਚ। ਹਾਂ ਵੀ ਜਿਹਦੇ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਗਿਆ। ਭਾਈ ਬਚਿੱਤਰ ਸਿੰਘ ਜੀ ਉਹਨਾਂ ਨੇ ਉਸ ਕਮਰੇ ਦੇ ਵਿੱਚ ਠਹਿਰਾਇਆ ਤੇ ਉਹਨਾਂ ਦੀ ਜਿਹੜੀ ਮੱਲਮ ਪੱਟੀ ਸੀ ਉਹ ਮਾਈ ਮੁਮਤਾਜ਼ ਨੇ ਕੀਤੀ। ਭਾਈ ਬਚਿੱਤਰ ਸਿੰਘ ਉਹਨਾਂ ਦੀ ਕੋਟਲਾ ਨਿਹੰਗ ਖਾਂ ਆਪ ਜਾ ਕੇ ਮੱਲਮ ਪੱਟੀ ਕਰਦੇ ਤਾਂ ਮੁਗਲਾਂ ਦੇ ਨਾਲ ਜਵਾਬਦੇਹੀ ਕੌਣ ਕਰਦਾ? ਉਹ ਦੇਖੋ ਉਹਨਾਂ ਦੇ ਮਨ ਦੇ ਵਿੱਚ ਭਾਈ ਬਚਿੱਤਰ ਸਿੰਘ ਹੁਣੀ ਕਿੰਨਾ ਮੁਹੱਬਤ ਸੀ, ਕਿੰਨਾ ਮੋਹ ਸੀ ਕਿ ਉਹਨਾਂ ਨੇ ਸੂਹ ਤੱਕ ਨਹੀਂ ਦਿੱਤੀ ਜੀ। ਜੇਕਰ ਪਤਾ ਲੱਗ ਜਾਂਦਾ ਤੇ ਉਹਨਾਂ ਦੀ ਕੀ ਦਸ਼ਾ ਹੁੰਦੀ ਹੈ ਉਹ ਵੀ ਜਾਣਦੇ ਸੀ। ਜਦੋਂ ਉਹਨਾਂ ਨੇ ਬੇਯਕੀਨੀ ਕੀਤੀ ਸਿਪਾਹੀਆਂ ਨੇ ਤਾਂ ਕੋਟਲਾ ਨਿਹੰਗ ਖਾਂ ਜੀ ਨੇ ਬਾਹਰੋਂ ਆਵਾਜ਼ ਦੇ ਕੇ ਅੰਦਰੋਂ ਪੁੱਛਿਆ ਕਿ ਬੇਟੀ ਮੁਸਾਫਿਰ ਜਾਗਦੇ ਆ ਕਿ ਸੁੱਤੇ ਆ? ਤਾਂ ਅੰਦਰੋਂ ਜਿਹੜੀ ਆਵਾਜ਼ ਆਈ ਸੀ ਮਾਈ ਮੁਮਤਾਜ਼ ਦੀ, ਉਹਨਾਂ ਨੇ ਕਿਹਾ ਸੀ ਅੱਬਾ ਜਾਨ ਜਿਹੜੇ ਮੁਸਾਫਿਰ ਨੇ ਉਹ ਜਾਗ ਰਹੇ ਆ, ਆਰਾਮ ਕਰ ਰਹੇ ਆ। ਦੂਰ ਦਰਾਡੇ ਜਿੱਥੇ ਕਿਤੇ ਜਾਣਾ, ਕੋਈ ਚੰਗੀ ਚੀਜ਼, ਕੋਈ ਕੀਮਤੀ ਵਸਤੂ ਲੱਗਣੀ ਤਾਂ ਗੁਰੂ ਸਾਹਿਬ ਨੇ ਲੈ ਕੇ ਸੈਫੂਦੀਨ ਜੀ ਕੋਲੇ ਆਪ ਆਉਣਾ, ਲੈ ਕੇ ਜਾਂ ਆਪਦੇ ਕਿਸੇ ਨਾ ਕਿਸੇ ਸ਼ਰਧਾਲੂ ਦੇ ਜ਼ਰੀਏ ਸੈਫੂਦੀਨ ਜੀ ਤੱਕ ਪੁੱਜਦੀ ਕਰਨੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆ ਜਾਣਾ ਮੈਂ। ਅੱਜ ਇੱਕ ਬੜਾ ਗੰਭੀਰ ਜਿਹਾ ਮਾਮਲਾ ਲੈ ਕੇ ਆਇਆ ਮੈਂ। ਜਦੋਂ ਅਸੀਂ ਸਿੱਖ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ, ਸਾਡੇ ਇਤਿਹਾਸ ਨਾਲ ਜੁੜੇ ਹੋਏ ਅਸਥਾਨਾਂ ਦੀ ਗੱਲ ਕਰਦੇ ਹਾਂ, ਤੇ ਇੱਕ ਨਾਮ ਕਿਤੇ ਨਾ ਕਿਤੇ ਤੁਹਾਡੇ ਜ਼ਿਹਨ ਦੇ ਵਿੱਚ ਆ ਜਾਂਦਾ ਹੈ, ਗੁਰਦੁਆਰਾ ਮੁਮਤਾਜ਼ਗੜ੍ਹ ਸਾਹਿਬ। ਫਿਰ ਸੋਚਦੇ ਹਾਂ ਮੁਮਤਾਜ਼ ਨਾਮ ਵਿੱਚ ਆਇਆ ਹੈ, ਸ਼ਾਇਦ ਹਿਸਟਰੀ ਦੇ ਵਿੱਚ ਬੜੀ ਬਰੀਕੀ ਨਾਲ ਕੋਈ ਕਿਸੇ ਪਾਸੇ ਚਲਾ ਜਾਵੇ, ਪਰ ਮੈਂ ਬੀਬੀ ਮੁਮਤਾਜ਼ ਜਾਂ ਉਸ ਨੂੰ ਮਾਈ ਮੁਮਤਾਜ਼ ਕਰਕੇ ਚੇਤੇ ਕੀਤਾ ਜਾਂਦਾ ਹੈ। ਕੁਝ ਮੁਮਤਾਜ਼ ਬੇਗਮ ਕਹਿ ਕੇ ਵੀ ਚੇਤਾ ਕਰਦੇ ਨੇ, ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਹਿਸਟਰੀ ਦਾ ਇਹ ਪਾਰਟ ਅਸੀਂ ਪੜ੍ਹਦੇ ਹਾਂ ਤੇ ਕਿਤੇ ਨਾ ਕਿਤੇ ਲੱਗਦਾ ਹੈ ਵੀ ਸਿੱਖ ਇਤਿਹਾਸ ਦੇ ਅੰਦਰ ਇਨਸਾਫ ਪਸੰਦ, ਸ਼ਾਂਤੀ ਪਸੰਦ, ਈਮਾਨ ਦੀ ਗੱਲ ਕਰਨ ਵਾਲੇ, ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ, ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਕੁਝ ਐਸੇ ਮੁਸਲਮਾਨ ਭਰਾ ਜਿਨ੍ਹਾਂ ਦਾ ਜ਼ਿਕਰ ਅਕਸਰ ਕੀ ਅਸੀਂ ਕਰਦੇ ਹਾਂ, ਨਵਾਬ ਮਲੇਰਕੋਟਲਾ ਦੀ ਗੱਲ ਕਰਦੇ ਹਾਂ। ਭਾਵੇਂ ਇੱਥੇ ਮੈਨੂੰ ਇਸ ਮੁੱਦੇ ਤੇ ਜਦੋਂ ਬੋਲਦਾ ਮੈਂ ਬੜਾ ਖਿਆਲ ਰੱਖਣਾ ਪੈਂਦਾ ਹੈ ਆਪਣੇ ਸ਼ਬਦਾਂ ਦੀ ਤਰਤੀਬ ਦਾ, ਕਿਉਂਕਿ ਸ਼ਬਦ ਮਾੜਾ ਜਿਹਾ ਵੀ ਅੱਗੇ ਪਿੱਛੇ ਹੋਇਆ ਤੇ ਕਈ ਵਾਰੀ ਗੱਲ ਕਿਸੇ ਹੋਰ ਪਾਸੇ ਨਿਕਲ ਜਾਂਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖ ਮੁਸਲਮ ਸਾਂਝਾਂ ਦੀ, ਤੇ ਕੁਝ ਵੀਰ ਕਹਿੰਦੇ ਦੱਸੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਉਣ ਵਾਲਾ ਕੌਣ ਸੀ? ਦੱਸੋ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਉਣ ਵਾਲਾ ਕੌਣ ਸੀ? ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਾਲਾ ਕੌਣ ਸੀ? ਦੱਸੋ। ਇਹ ਮੁਸਲਮਾਨਾਂ ਨੇ ਕੀਤਾ। ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਸ਼ਾਸਕ ਜਿਹੜੇ ਹੁੰਦੇ ਨੇ ਉਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹਨਾਂ ਦਾ ਕੁਰਸੀ ਨਾਲ ਤੇ ਲੋਕਾਂ ਦੀਆਂ ਵੋਟਾਂ ਨਾਲ ਸੰਬੰਧ ਹੁੰਦਾ। ਹੁਣ ਆਪਾਂ ਕਹਾਂਗੇ ਉਦੋਂ ਕਿਹੜਾ ਵੋਟ ਤੰਤਰ ਹੁੰਦਾ ਸੀ? ਵੋਟ ਤੰਤਰ ਨਹੀਂ ਸੀ ਹੁੰਦਾ, ਪਰ ਬਗਾਵਤੀ ਸੁਰਾਂ ਦਾ ਬਹੁਤ ਵੱਡਾ ਖਤਰਾ ਹੋਇਆ ਕਰਦਾ ਸੀ। ਉਹ ਉਹਨਾਂ ਨੂੰ ਵੀ ਆਪਣੀ ਵੋਟ ਬੈਂਕ ਦੇ ਵਿੱਚ ਹੀ ਲੈਂਦੇ ਹੁੰਦੇ ਸਨ। ਜੇ ਕਿਸੇ ਦੇ ਮਨ ਦੇ ਵਿੱਚ ਐਸਾ ਖਿਆਲ ਆਉਂਦਾ ਹੈ ਕਿ ਇਹ ਮੁਸਲਮਾਨਾਂ ਵੱਲੋਂ ਹੋਇਆ, ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਉਹ ਠੀਕ ਹੈ, ਜਿਵੇਂ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋ ਕੇ ਕੋਈ ਸਿੱਖ ਨਹੀਂ ਬਣਦਾ, ਉਹ ਸਿੱਖ ਵਿਚਾਰਧਾਰਾ ਤੇ ਤੁਰਨਾ ਪੈਂਦਾ ਹੈ। ਇਸੇ ਪ੍ਰਕਾਰ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਮੁਸਲਮਾਨਾਂ ਦੇ ਘਰ ਦੇ ਵਿੱਚ ਕੋਈ ਪੈਦਾ ਹੋ ਕੇ ਮੁਸਲਮਾਨ ਨਹੀਂ ਬਣਦਾ ਜਿੰਨੀ ਦੇਰ ਤੱਕ ਉਹ ਪਵਿੱਤਰ ਕੁਰਾਨ ਦੇ ਉੱਪਰ ਆਪਣਾ ਭਰੋਸਾ ਨਹੀਂ ਕਰਦਾ ਤੇ ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨਹੀਂ ਜਿਉਂਦਾ। ਸ਼ਾਇਦ ਮੇਰਾ ਮਨ ਐਸੀ ਗੱਲ ਦੀ ਸ਼ਾਦੀ ਪਰਦਾ ਹੈ। ਜੇ ਆਪਾਂ ਸਰਹੰਦ ਦੀ ਧਰਤੀ ਦੀ ਗੱਲ ਕਰੀਏ ਤੇ ਚੇਤੇ ਰੱਖਿਆ ਜੇ ਉੱਥੇ ਹੀ ਵਜ਼ੀਰ ਖਾਂ ਹੈ ਜਿਹੜਾ ਕਹਿੰਦਾ ਵੀ ਇਹਨਾਂ ਸਾਹਿਬਜ਼ਾਦਿਆਂ ਨੂੰ ਕਤਲ ਕਰ ਦਿੱਤਾ ਜਾਵੇ, ਖਤਮ ਕਰ ਦਿੱਤਾ ਜਾਵੇ, ਮਾਰ ਦਿੱਤਾ ਜਾਵੇ, ਤੇ ਉਸ ਤੋਂ ਬਾਅਦ ਸੰਸਕਾਰ ਦੀ ਥਾਂ ਦੇ ਉੱਪਰ ਵੀ ਸ਼ਰਤਾਂ ਰੱਖਦਾ ਹੈ। ਉਸੇ ਧਰਤੀ ਦੇ ਉੱਪਰ ਨਵਾਬ ਸ਼ੇਰ ਮੁਹੰਮਦ ਖਾਂ ਹੈ, ਉਹ ਦਾਅਵਾ ਕਰਦਾ ਹੈ ਵੀ ਕਿ ਬਾਪ ਦਾ ਬਦਲਾ ਬੱਚਿਆਂ ਕੋਲੋਂ ਨਹੀਂ ਲਿਆ ਜਾ ਸਕਦਾ, ਇਸ ਕਰਕੇ ਮੈਂ ਤੇਰੀ ਇਸ ਹਰਕਤ ਦੇ ਵਿੱਚ ਕਦੇ ਵੀ ਸ਼ਾਮਲ ਨਹੀਂ ਹੋਵਾਂਗਾ, ਮੈਂ ਵਾਪਸ ਮਲੇਰਕੋਟਲਾ ਦੀ ਧਰਤੀ ਤੇ ਜਾ ਰਿਹਾ ਹਾਂ। ਹੁਣ ਦੁਨੀਆ ਦੀ ਨਜ਼ਰ ਦੇ ਅੰਦਰ ਵਜ਼ੀਰ ਖਾਂ ਵੀ ਮੁਸਲਮਾਨ ਹੈ ਤੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਮੁਸਲਮਾਨ ਹੈ। ਹੁਣ ਦੇਖਿਆ ਜਾਵੇ ਉੱਥੇ ਦੋ ਕਰੈਕਟਰ ਨੇ, ਦੋਵਾਂ ਦੇ ਵਿੱਚੋਂ ਇੱਕ ਨੂੰ ਮੁਸਲਮਾਨ ਤੇ ਕਹਿਣਾ ਪਏਗਾ। ਹੁਣ ਸਵਾਲ ਪੈਦਾ ਹੋ ਜਾਂਦਾ ਫਿਰ ਮੁਸਲਮਾਨ ਕਿਸ ਨੂੰ ਕਹੀਏ? ਮੁਸਲਮਾਨ ਕਹਿਣਾ ਪਏਗਾ ਜਿਹੜਾ ਉਸ ਵੇਲੇ ਮਨੁੱਖੀ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਹੈ, ਜਿਹੜਾ ਉਸ ਵੇਲੇ ਮਾਨਵਤਾ ਦੀ ਗੱਲ ਕਰਦਾ ਹੈ,
ਜਿਹੜਾ ਕਹਿੰਦਾ ਕਿ ਬਾਪ ਦਾ ਬਦਲਾ ਬੱਚਿਆਂ ਦੇ ਕੋਲੋਂ ਨਹੀਂ ਲਿਆ ਜਾ ਸਕਦਾ, ਜਿਹੜਾ ਗੱਲ ਕਹਿ ਦਿੰਦਾ ਹੈ ਕਿ ਏਡੇ ਛੋਟੇ ਬੱਚਿਆਂ ਤੇ ਸ਼ਰ੍ਹਾ ਲਾਗੂ ਨਹੀਂ ਕੀਤੀ ਜਾ ਸਕਦੀ, ਜ਼ਬਰਦਸਤੀ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਸਕਦਾ, ਮੈਨੂੰ ਲੱਗਦਾ ਵੀ ਉਹ ਇੱਕ ਸੱਚਾ ਮੁਸਲਮਾਨ ਹੈ। ਜੇ ਸੱਚਾ ਮੁਸਲਮਾਨ ਹੈ ਤੇ ਅਸੀਂ ਉਹਦੇ ਨਾਮ ਦੇ ਉੱਪਰ ਗੇਟ ਵੀ ਬਣਾਏ, ਨਵਾਬ ਸ਼ੇਰ ਮੁਹੰਮਦ ਖਾਂ ਗੇਟ ਬੜੀ ਦੂਰੋਂ ਨਜ਼ਰੀ ਪੈ ਜਾਂਦਾ ਹੈ। ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਸਾਨੂੰ ਇੱਕ ਚੀਜ਼ ਨੂੰ ਬੜਾ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਸ਼ਾਸਕ ਹੁੰਦਾ ਹੈ ਉਹ ਸੱਤਾ ਦਾ, ਜਿਹੜਾ ਵਕਤ ਦਾ ਹਾਕਮ ਹੁੰਦਾ ਹੈ, ਕਈ ਵਾਰੀ ਉਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੁੰਦਾ, ਉਹਦਾ ਸੰਬੰਧ ਹੁੰਦਾ ਸਿਰਫ ਔਰ ਸਿਰਫ ਆਪਣੇ ਤਾਕਤ ਦੇ ਨਾਲ, ਆਪਣੀ ਕੁਰਸੀ ਦੇ ਨਾਲ, ਆਪਣੀ ਸੱਤਾ ਦੇ ਨਾਲ। ਕਈ ਵਾਰੀ ਇਹੋ ਜਿਹੇ ਕੰਮ ਕਰ ਜਾਂਦਾ ਵੀ ਲੋਕ ਮਗਰੋਂ ਆਖਣ ਲੱਗ ਪੈਂਦੇ ਨੇ ਕਿ ਉਹ ਫਲਾਣੇ ਧਰਮ ਨਾਲ ਸੰਬੰਧਿਤ ਸੀ। ਕਹਿਣਾ ਪਏਗਾ ਕਿ ਜਿਸ ਬੰਦੇ ਦੀ ਸੋਚ ਬੜੀ ਮਾੜੀ ਹੋਵੇ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਨਹੀਂ ਹੋ ਸਕਦਾ। ਆਓ ਇਹਨਾਂ ਮੁੱਦਿਆਂ ਦੇ ਉੱਪਰ ਆਪਾਂ ਜਾਣਕਾਰੀ ਲੈਂਦੇ ਹਾਂ। ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਆਪਣੇ ਨੇ ਅਲੀ ਰਾਜਪੁਰਾ। ਅਲੀ ਜੀ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਕਿਤਾਬ ਲਿਖੀ ਹੈ ਔਰ ਯਤਨ ਕਰਦੇ ਨੇ ਕਿ ਸਿੱਖ ਮੁਸਲਿਮ ਸਾਂਝਾਂ ਆਪਸ ਦੇ ਵਿੱਚ ਪੈਣ, ਘੱਟੋ ਘੱਟ ਆਪਸ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਮਾੜੀ ਭਾਵਨਾ ਨਾ ਰੱਖੀ ਜਾਵੇ, ਮਾੜੇ ਬੋਲ ਕਬੂਲ ਨਾ ਬੋਲੇ ਜਾਣ। ਮੁਸਲਮਾਨ 5 ਵਕਤ ਦਾ ਨਮਾਜ਼ੀ ਹੋਵੇ, ਸਿੱਖ 2 ਵਕਤ ਦਾ ਨਿਤਨੇਮੀ ਹੋਵੇ, ਆਪੋ ਆਪਣੇ ਤਰੀਕੇ ਨਾਲ ਇਬਾਦਤ ਕਰਨ, ਜ਼ਿੰਦਗੀ ਜਿਉਣ, ਪਰ ਘੱਟੋ ਘੱਟ ਨਫ਼ਰਤ ਦੀਆਂ ਦੀਵਾਰਾਂ ਖਤਮ ਕੀਤੀਆਂ ਜਾਣ। ਐਸੀ ਸੋਚ ਲੈ ਕੇ ਵੀਰ ਅੱਗੇ ਚੱਲਦਾ ਹੈ, ਜਿੰਨਾ ਕੁ ਅਸੀਂ ਜਾਣਦੇ ਹਾਂ ਸਮਝਦੇ ਹਾਂ। ਆਓ ਸਟੂਡੀਓ ਵਿੱਚ ਅੱਜ ਸਾਡੇ ਨਾਲ ਮੁਮਤਾਜ਼ਗੜ੍ਹ ਗੁਰਦੁਆਰਾ ਜੋ ਬਣਿਆ ਹੈ, ਇਸ ਇਤਿਹਾਸ ਦੇ ਉੱਪਰ ਗੱਲ ਕਰਨ ਦੇ ਲਈ ਆਏ ਨੇ ਤੇ ਇਸ ਘਟਨਾ ਵਿੱਚੋਂ ਕਹਿੰਦੇ ਕਿ ਮੈਂ ਸਾਬਤ ਕਰਾਂਗਾ ਕਿ ਸਾਡੀਆਂ ਸਾਂਝਾਂ ਕਿੰਨੀਆਂ ਵਧੀਆ ਤੇ ਕਿੰਨੀਆਂ ਪੁਰਾਣੀਆਂ ਸੀ। ਆਓ ਸਵਾਗਤ ਕਰਦੇ ਹਾਂ ਵੀਰ ਜੀ, ਸਟੂਡੀਓ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਮੱਖੂ ਜੀ ਤੇ ਸਮੂਹ ਅਕਾਲ ਚੈਨਲ ਦੀ ਪੂਰੀ ਸੰਗਤ ਜਿਹੜੀ ਕਿ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੈ, ਸੋ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਮੱਖੂ ਜੀ ਦਾ, ਜਿਨ੍ਹਾਂ ਦੀ ਬਦੌਲਤ ਸੂਝਵਾਨ ਸਰੋਤਿਆਂ ਦੇ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ। ਕਿਉਂਕਿ ਚਲੋ ਆਪਾਂ ਪਿਛਲੇ ਸਮੇਂ 'ਚ ਵੀ ਹੁੰਦੇ ਰਹੇ ਹਾਂ ਰੂਬਰੂ ਤਾਂ, ਪਰ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਅਸੀਂ ਇਕੱਠੇ ਹੋਈਏ ਤਾਂ ਵਿਸ਼ਾ ਹਰ ਵਾਰੀ ਨਵਾਂ ਹੋਣਾ ਬਹੁਤ ਜ਼ਰੂਰੀ ਜੀ। ਕਾਰਨ ਕੀ ਹੈ ਕਿ ਬਹੁਤ ਵਾਰੀ ਅਸੀਂ ਦੁਹਰਾ ਲੈ ਲੈਂਦੇ ਆ, ਜਿਹਦੇ ਨਾਲ ਸਾਡਾ ਸਰੋਤਾ ਵਰਗ ਕਹਿ ਲਓ ਜਾਂ ਜਿਹੜੇ ਸਾਡੇ ਇਸ ਚੀਜ਼ ਦੀ ਉਤਸੁਕਤਾ ਰੱਖਦੇ ਆ, ਜਾਣਨਾ ਚਾਹੁੰਦੇ ਆ ਜੀ, ਉਹ ਇਸ ਚੀਜ਼ ਨੂੰ ਥੋੜਾ ਜਿਹਾ ਮਤਲਬ ਮਹਿਸੂਸ ਕਰਦੇ ਆ। ਪਰ ਜਦੋਂ ਆਪਣੀ ਵਾਰਤਾ ਹੋਈ ਇਸ ਸਬੰਧ ਦੇ ਵਿੱਚ ਤਾਂ ਮੈਂ ਇੱਕੋ ਗੱਲ ਕਹੀ ਸੀ ਕਿ ਆਪਾਂ ਕੋਈ ਉਸ ਵਿਸ਼ੇ ਤੇ ਗੱਲ ਕਰੀਏ ਜਿਹੜੀ ਕਿ ਸਾਡੀਆਂ ਮੇਰੇ ਸਮਕਾਲੀ ਕਹਿ ਲਓ, ਮੇਰੇ ਤੋਂ ਛੋਟੇ ਕਹਿ ਲਓ ਜਾਂ ਮੇਰੇ ਤੋਂ ਵੱਡੇ ਨੇ, ਜਿਨ੍ਹਾਂ ਨੂੰ ਮਾਈ ਮੁਮਤਾਜ਼ ਬਾਰੇ ਨਹੀਂ ਪਤਾ ਜੀ। ਕਿਉਂਕਿ ਮੈਂ ਇੱਕ ਗੱਲ ਬੇਬਾਕੀ ਨਾਲ ਕਹੂੰਗਾ, ਜਿਹੜੀ ਸ਼ਾਹਜਹਾਨ ਦੀ ਮੁਮਤਾਜ਼ ਸੀ, ਜਿਹਦੀ ਯਾਦ ਦੇ ਵਿੱਚ ਤਾਜ ਮਹਿਲ ਬਣ ਗਿਆ, ਉਹ ਅੱਜ ਅਜੋਕੀ ਪੀੜ੍ਹੀ ਦੇ ਜ਼ਿਹਨ ਦੇ ਵਿੱਚ ਜਿਉਂਦੀ ਤਿਉਂ ਖੜੀ ਹੈ। ਪਰ ਸਾਡੀ ਉਹ ਮੁਮਤਾਜ਼ ਜਿਹੜੀ ਕਿ ਜਨਾਬ ਕੋਟਲਾ ਨਿਹੰਗ ਖਾਂ ਜੀ ਦੀ ਸਪੁੱਤਰੀ ਸੀ, ਉਹਨਾਂ ਦੀ ਜਿਹੜੀ ਬੇਟੀ ਸੀ ਬਹੁਤ ਵਿਦਵਤਾ ਰੱਖਦੀ ਸੀ, ਬਹੁਤ ਗਿਆਨਵਾਨ ਸੀ। ਉਸ ਮੋਹਪੀਜੀ ਸ਼ਖਸੀਅਤ ਨੂੰ ਬਹੁਤ ਘੱਟ ਲੋਕ ਜਾਣਦੇ ਆ ਕਿ ਉਹ ਮਾਈ ਮੁਮਤਾਜ਼ ਕੋਟਲਾ ਨਿਹੰਗ ਖਾਂ, ਜਿਹੜਾ ਕਿ ਕੋਟਲਾ ਨਿਹੰਗ ਖਾਂ ਗੁਰੂ ਘਰ ਉਸਰਿਆ ਰੋਪੜ ਦੀ ਮੇਨ ਸੜਕ ਦੇ ਨਾਲ ਹਟ ਕੇ ਥੋੜਾ ਜਿਹਾ ਜੀ, ਉਸ ਉਹਨਾਂ ਦੇ ਫਾਦਰ ਸਾਹਿਬ ਸੀ ਕੋਟਲਾ ਨਿਹੰਗ ਖਾਂ, ਮਾਈ ਮੁਮਤਾਜ਼ ਦੇ, ਉਹਨਾਂ ਦੀ ਯਾਦ ਦੇ ਵਿੱਚ ਕੋਟਲਾ ਨਿਹੰਗ ਖਾਂ ਗੁਰੂ ਘਰ ਉਸਰਿਆ ਤੇ ਉਹਨਾਂ ਦੀ ਬੇਟੀ ਜਿਹੜੀ ਕਿ ਮਾਈ ਮੁਮਤਾਜ਼ ਹੈ ਜੀ, ਉਹਨਾਂ ਦੀ ਯਾਦ ਦੇ ਵਿੱਚ ਮੁਮਤਾਜ਼ਗੜ੍ਹ ਗੁਰੂ ਘਰ ਹੈ, ਬੜੀ ਪਿੰਡ ਹੈ ਰੋਪੜ ਪਰਖਾਲੀ ਦੇ ਬਿਲਕੁਲ ਨੇੜੇ। ਅੱਛਾ ਜੀ। ਉਸ ਪਿੰਡ ਦੇ ਵਿੱਚ ਗੁਰੂ ਘਰ ਉਸਰਿਆ ਹੋਇਆ, ਪਹਾੜੀ ਦੇ ਵਾਂਗੂ ਆ ਥੋੜਾ ਤਾਂ ਜਾ ਕੇ, ਉੱਥੇ ਉਹਨਾਂ ਦੀ ਯਾਦ ਦੇ ਵਿੱਚ ਗੁਰੂ ਘਰ ਉਸਰਿਆ ਹੋਇਆ ਜੀ। ਹੁਣ ਬਹੁਤ ਲੋਕ ਸੋਚਣਗੇ ਕਿ ਮਾਈ ਮੁਮਤਾਜ਼ ਦੀ ਕੀ ਦੇਣ ਹੈ ਸਿੱਖ ਇਤਿਹਾਸ ਦੇ ਵਿੱਚ, ਹਾਂ ਵੀ ਜਿਹਦੇ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣ ਗਿਆ। ਕਿਉਂਕਿ ਖਾਸ ਕਰਕੇ ਜਿੰਨੇ ਵੀ ਗੁਰੂ ਘਰ ਨੇ ਉਹ ਜ਼ਿਆਦਾ ਗੁਰੂ ਸਾਹਿਬ ਦੀਆਂ ਜਾਂ ਚਰਨ ਛੋਹ ਪ੍ਰਾਪਤ ਸਥਾਨ ਨੇ, ਜਾਂ ਉਹਨਾਂ ਦੇ ਨਾਂ ਤੇ ਉਸਰੇ ਹੋਏ ਆ, ਜਾਂ ਉਹਨਾਂ ਦੀ ਸੇਵਕਾਂ ਦੇ ਨਾਂ ਤੇ ਉਸਰੇ ਹੋਏ ਜੀ, ਜਾਂ ਕੋਈ ਜੰਗ ਹੋਇਆ ਜਾਂ ਕੋਈ ਸ਼ਹਾਦਤ ਹੋਈ ਹੈ, ਸ਼ਹਾਦਤ ਦੇ ਨਾਲ ਸੰਬੰਧਿਤ ਨੇ। ਇਤਿਹਾਸਕ ਪੱਖ ਜਿਹੜੇ ਜੁੜਦੇ ਆ, ਉਹਨਾਂ ਵਾਂਗੂ ਹੀ ਮਾਈ ਮੁਮਤਾਜ਼ ਦਾ ਵੀ ਸਿੱਖ ਇਤਿਹਾਸ ਦੇ ਵਿੱਚ ਇੱਕ ਅਹਿਮ ਰੋਲ ਹੈ, ਇੱਕ ਅਹਿਮ ਸਥਾਨ ਹੈ ਜੀ, ਜਿਹਨੂੰ ਬਹੁਤ ਅਦਬ ਤੇ ਸਤਿਕਾਰ ਨਾਲ ਸਿੱਖ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ। ਮੈਂ ਹੁਣ ਦੱਸਣਾ ਚਾਹੂੰਗਾ ਕਿ ਮਾਈ ਮੁਮਤਾਜ਼ ਦੀ ਜਿਹੜੀ ਇਤਿਹਾਸਕ ਪੱਖ ਕਿਵੇਂ ਹੋਇਆ। ਕਿਉਂਕਿ ਜਦੋਂ ਮਾਈ ਮੁਮਤਾਜ਼ ਨੌਜਵਾਨ ਅਵਸਥਾ ਦੇ ਵਿੱਚ ਸੀ, ਉਸ ਮੌਕੇ ਦੇ ਉੱਤੇ ਜਿਹੜੇ ਕਿ ਕੋਟਲਾ ਨਿਹੰਗ ਖਾਨ ਸੀ, ਉਹਨਾਂ ਦੀ ਗੁਰੂ ਸਾਹਿਬ ਦੇ ਨਾਲ ਸਾਂਝ ਸੀ ਜੀ। ਤੇ ਜਦੋਂ ਭਾਈ ਬਚਿੱਤਰ ਸਿੰਘ ਉਨੀ ਜ਼ਖਮੀ ਹਾਲਤ ਦੇ ਵਿੱਚ ਕੋਟਲਾ ਨਿਹੰਗ ਖਾਨ ਉਹਨਾਂ ਦੇ ਕਿਲੇ ਦੇ ਵਿੱਚ ਆਏ ਸੀ, ਉਦੋਂ ਉਹਨਾਂ ਦੀ ਜਿਹੜੀ ਸਥਿਤੀ ਸੀ, ਸਰੀਰਕ ਦਸ਼ਾ ਸੀ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਸੀ, ਉਹ ਜ਼ਖਮੀ ਹਾਲਤ ਦੇ ਵਿੱਚ ਸੀ ਜੀ। ਬਹੁਤ ਜ਼ਿਆਦਾ ਹਿਸਟਰੀ ਨੇ ਇਸ ਚੀਜ਼ ਨੂੰ ਬਿਆਨਿਆ ਵੀ ਗਿਆ, ਇਤਿਹਾਸਕਾਰ ਵੀ ਸਾਡੇ ਬਹੁਤਾਤ ਦੇ ਵਿੱਚ ਇਸ ਚੀਜ਼ ਦਾ ਉਹ ਕਰਦੇ ਆ, ਦੱਸਣਾ ਚਾਹੁੰਦੇ ਆ, ਦੱਸ ਵੀ ਰਹੇ ਆ, ਕਿਤਾਬਾਂ ਦੇ ਵਿੱਚ ਇਤਿਹਾਸਕ ਤੌਰ ਤੇ ਜ਼ਿਕਰ ਮਿਲਦਾ। ਸੋ
ਜਦੋਂ ਉਹਨਾਂ ਨੇ ਸਥਿਤੀ ਦੇਖੀ, ਉਹਦੀ ਸਰੀਰਕ ਦਸ਼ਾ ਦੇਖੀ, ਹਾਲਾਤ ਦੇਖੇ ਜਦੋਂ ਸਰੀਰ ਦੇ, ਤਾਂ ਕੋਟਲਾ ਨਿਹੰਗ ਖਾਨ ਨੇ ਉਹਨਾਂ ਨੂੰ ਆਪਣੇ ਇੱਕ ਕਮਰੇ ਦੇ ਵਿੱਚ ਸਾਂਭ ਲਿਆ। ਕਿਉਂਕਿ ਉਸ ਮੌਕੇ ਦੇ ਜਿਹੜੇ ਹਾਕਮ ਸੀ, ਮੁਗਲ ਹਾਕਮ, ਕਿਉਂਕਿ ਹੁਣ ਪੁੱਛੋਗੇ ਮੁਗਲ ਹਾਕਮ ਮੁਸਲਮਾਨ ਕਿਉਂ ਨਹੀਂ ਸ਼ਬਦ ਵਰਤਿਆ, ਮੈਂ ਦੱਸਣਾ ਚਾਹੁੰਦਾ ਕਿ ਮੁਸਲਮਾਨ ਤੇ ਮੁਗਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਉਂਕਿ ਮੁਗਲ ਇੱਕ ਸ਼ਾਸਕ ਹੈ ਤੇ ਮੁਸਲਮਾਨ ਇੱਕ ਆਮ ਇਨਸਾਨ ਵਰਗਾ, ਜਿਹਦੇ ਮਨ ਦੇ ਵਿੱਚ ਇਸਲਾਮਿਕ ਸਰਾਂ ਵਸਦੀ ਹੈ, ਜਿਹੜਾ ਇਸਲਾਮਿਕ ਸਰਾਂ ਦੇ ਪੂਰਕ ਹੈ, ਜਿਹਦਾ ਸਾਰੇ ਦਾ ਸਾਰਾ ਤਨੋ ਮਨੋ ਅੰਦਰੋਂ ਰੂਹਦਾਰੀ ਤੋਂ ਜਿਹੜਾ ਕਿ ਕੁਰਾਨੇ ਪਾਕ ਦੇ ਉੱਤੇ ਵਿਸ਼ਵਾਸ ਟਿਕਦਾ, ਜੀ, ਜਿਹੜਾ ਇਨਸਾਨੀਅਤ ਨੂੰ ਮੁਹੱਬਤ ਕਰਦਾ, ਜਿਹੜਾ ਮੁਹੱਬਤ ਕਰਦਾ ਉਸ ਸ਼ਖਸੀਅਤ ਨੂੰ ਜਿਹੜੀ ਕਿ ਰੱਬ ਨਾਲ ਜੁੜੀ ਹੋਈ ਹੈ। ਠੀਕ ਹੈ ਜੀ। ਤਾਂ ਜਦੋਂ ਇਸ ਚੀਜ਼ ਉਹਨਾਂ ਨੂੰ ਭਾਈ ਬਚਿੱਤਰ ਸਿੰਘ ਜੀ ਉਹਨਾਂ ਨੇ ਉਸ ਕਮਰੇ ਦੇ ਵਿੱਚ ਠਹਿਰਾਇਆ ਤੇ ਉਹਨਾਂ ਦੀ ਜਿਹੜੀ ਮੱਲਮ ਪੱਟੀ ਸੀ ਉਹ ਮਾਈ ਮੁਮਤਾਜ਼ ਨੇ ਕੀਤੀ। ਹੁਣ ਤੁਸੀਂ ਕਹੋਗੇ ਕਿ ਮਾਈ ਮੁਮਤਾਜ਼ ਨੇ ਕਿਉਂ ਕੀਤੀ, ਤੁਹਾਡੇ ਅੰਦਰ ਸਵਾਲ ਉੱਠਦਾ ਹੋਊਗਾ ਮੱਖੂ ਜੀ, ਪਰ ਉਹਦਾ ਕਾਰਨ ਇਹ ਸੀ ਕਿਉਂਕਿ ਉਸ ਮੌਕੇ ਦਾ ਜਿਹੜਾ ਸ਼ਾਸਕ ਸੀ ਉਹ ਭਾਈ ਬਚਿੱਤਰ ਸਿੰਘ ਦੀ ਖੋਜ ਦੇ ਵਿੱਚ ਸੀ। ਉਹ ਲੱਭ ਰਹੇ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਖਬਰ ਹੋਈ ਸੀ ਸੂਈਆਂ ਦੇ ਜ਼ਰੀਏ ਕਿ ਭਾਈ ਬਚਿੱਤਰ ਸਿੰਘ ਉਹਨੇ ਕੋਟਲਾ ਨਿਹੰਗ ਖਾਂ ਕੋਲੇ ਆਏ ਹੋਏ ਆ। ਜੇਕਰ ਉਹ ਰੂਹਪੋਸ਼ ਹੁੰਦੇ ਜਾਂ ਉਹ ਜਾ ਕੇ ਉਹਨਾਂ ਦੇ ਅੰਦਰ ਮੱਲਮ ਪੱਟੀ ਕਰਦੇ, ਭਾਈ ਕੋਟਲਾ ਨਿਹੰਗ ਭਾਈ ਬਚਿੱਤਰ ਸਿੰਘ ਉਹਨਾਂ ਦੀ ਕੋਟਲਾ ਨਿਹੰਗ ਖਾਂ ਆਪ ਜਾ ਕੇ ਮੱਲਮ ਪੱਟੀ ਕਰਦੇ, ਤਾਂ ਮੁਗਲਾਂ ਦੇ ਨਾਲ ਜਵਾਬਦੇਹੀ ਕੌਣ ਕਰਦਾ? ਜਦੋਂ ਉਹਨਾਂ ਕੋਲੇ ਪਹੁੰਚੇ ਕੋਟਲਾ ਨਿਹੰਗ ਖਾਂ ਜੀ ਕੋਲੇ ਮੁਗਲ ਜਿਹੜੇ ਉਹਨਾਂ ਦੇ ਸਿਪਾਹੀ ਸੀ, ਤਾਂ ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਲੇ ਭਾਈ ਬਚਿੱਤਰ ਸਿੰਘ ਨਹੀਂ ਆਏ ਹੋਏ ਆ? ਤਾਂ ਕੋਟਲਾ ਨਿਹੰਗ ਖਾਂ ਦਾ ਬੇਬਾਕੀ ਦੇ ਨਾਲ ਜਵਾਬ ਸੀ ਕਿ ਇੱਥੇ ਇਸ ਤਰ੍ਹਾਂ ਦਾ ਕੋਈ ਇਨਸਾਨ ਨਹੀਂ ਸਾਡੇ ਕੋਲੇ ਪਹੁੰਚਿਆ, ਅਸੀਂ ਨਹੀਂ ਜਾਣਦੇ ਕਿ ਕੌਣ ਹੈ ਭਾਈ ਬਚਿੱਤਰ ਸਿੰਘ। ਉਹਨਾਂ ਨੇ ਬੇਬਾਕੀ ਨਾਲ ਉਹ ਦੇਖੋ ਉਹਨਾਂ ਦੇ ਮਨ ਦੇ ਵਿੱਚ ਭਾਈ ਬਚਿੱਤਰ ਸਿੰਘ ਉਹਨੀ ਕਿੰਨਾ ਮੁਹੱਬਤ ਸੀ, ਕਿੰਨਾ ਮੋਹ ਸੀ ਕਿ ਉਹਨਾਂ ਨੇ ਸੂਹ ਤੱਕ ਨਹੀਂ ਦਿੱਤੀ। ਜੀ, ਜੇਕਰ ਪਤਾ ਲੱਗ ਜਾਂਦਾ ਤੇ ਉਹਨਾਂ ਦੀ ਕੀ ਦਸ਼ਾ ਹੁੰਦੀ ਹੈ ਉਹ ਵੀ ਜਾਣਦੇ ਸੀ ਜਦ ਕਿ। ਤਾਂ ਵਕਤ ਦਾ ਹਾਕਮ ਕੁਝ ਵੀ ਕਰ ਸਕਦਾ, ਕੁਝ ਵੀ, ਕਿਉਂਕਿ ਸ਼ਾਸਕ ਨੇ, ਹਾਕਮ ਨੇ, ਉਹਨਾਂ ਨੂੰ ਕੋਲੇ ਪਾਵਰਾਂ ਸੀ, ਉਹਨਾਂ ਦਾ ਦੌਰ ਸੀ, ਉਹ ਕੁਝ ਵੀ ਕਰ ਸਕਦੇ ਸੀ। ਸੋ ਜਦੋਂ ਉਹਨਾਂ ਨੂੰ ਪੁੱਛੇਗਾ ਕਿ ਅਸੀਂ, ਉਹਨਾਂ ਨੇ ਯਕੀਨ ਨਾ ਕੀਤਾ, ਜਿਹੜੇ ਸਿਪਾਹੀ ਸੀ ਉਹਨਾਂ ਨੇ ਕੋਟਲਾ ਨਿਹੰਗ ਖਾਂ ਉੱਤੇ ਯਕੀਨ ਨਾ ਕੀਤਾ, ਉਹਨਾਂ ਨੇ ਪੂਰੇ ਕਿਲੇ ਦੀ ਤਲਾਸ਼ੀ ਲੈਣੀ ਆਰੰਭ ਲਈ। ਕਹਿੰਦਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਦੇਖ ਸਕਦੇ ਹੋ, ਮੈਨੂੰ ਕੋਈ ਤਲਾਸ਼ੀ ਲੈਣ ਤੇ ਇਤਰਾਜ਼ ਨਹੀਂ। ਉਹਨਾਂ ਨੇ ਖੁੱਲ੍ਹਦਿਲੀ ਨਾਲ ਇਸ ਚੀਜ਼ ਲਈ ਪ੍ਰਵਾਨਗੀ ਦੇਤੀ। ਉਹਨਾਂ ਨੇ ਕੱਲਾ ਕੱਲਾ ਜਿਹੜਾ ਕਿਲੇ ਦਾ ਕਮਰਾ ਸੀ ਸਾਰਾ ਕਿਲਾ ਛਾਂਟ ਲਿਆ, ਪਰ ਉਹਨਾਂ ਨੂੰ ਕਿਤੋਂ ਵੀ ਭਾਈ ਬਚਿੱਤਰ ਸਿੰਘ ਦੀ ਸੂਹ ਨਾ ਲੱਗੀ। ਅੰਤ ਨੂੰ ਤੰਤ ਇੱਕ ਕਮਰਾ ਰਹਿ ਗਿਆ ਜਿੱਥੇ ਭਾਈ ਕੋਟਲਾ ਨਿਹੰਗ ਖਾਂ ਨਹੀਂ ਖੜੇ ਸੀ। ਉਹਨੂੰ ਕਹਿਣ ਲੱਗੇ ਕਿ ਕੋਟਲਾ ਨਿਹੰਗ ਖਾਂ ਜੀ ਨੂੰ ਕਹਿਣ ਲੱਗੇ ਸਿਪਾਹੀ ਕਿ ਤੁਸੀਂ ਇਹ ਕਮਰਾ ਵੀ ਖੋਲੋ, ਅਸੀਂ ਇਹਦੀ ਵੀ ਤਲਾਸ਼ੀ ਲੈਣੀ ਆ। ਉਹਨਾਂ ਨੇ ਕਿਹਾ, ਕੋਟਲਾ ਨਿਹੰਗ ਖਾਂ ਜੀ ਨੇ, ਕਿ ਅੰਦਰ ਮੇਰੀ ਧੀ ਤੇ ਜਵਾਈ ਆਰਾਮ ਕਰ ਰਹੇ ਆ, ਆਰਾਮ ਫਰਮਾ ਰਹੇ ਆ, ਇਸ ਕਰਕੇ ਮੈਂ ਕਮਰਾ ਨਹੀਂ ਖੋਲ ਸਕਦਾ। ਜੀ, ਜਦੋਂ ਉਹਨਾਂ ਨੇ ਬੇਯਕੀਨੀ ਕੀਤੀ ਸਿਪਾਹੀਆਂ ਨੇ, ਤਾਂ ਕੋਟਲਾ ਨਿਹੰਗ ਖਾਂ ਜੀ ਨੇ ਬਾਹਰੋਂ ਆਵਾਜ਼ ਦੇ ਕੇ ਅੰਦਰੋਂ ਪੁੱਛਿਆ ਕਿ ਬੇਟੀ ਮੁਸਾਫਿਰ ਜਾਗਦੇ ਆ ਕਿ ਸੁੱਤੇ ਆ? ਤਾਂ ਅੰਦਰੋਂ ਜਿਹੜੀ ਆਵਾਜ਼ ਆਈ ਸੀ ਮਾਈ ਮੁਮਤਾਜ਼ ਦੀ, ਉਹਨਾਂ ਨੇ ਕਿਹਾ ਸੀ ਅੱਬਾ ਜਾਨ ਜਿਹੜੇ ਮੁਸਾਫਿਰ ਨੇ ਉਹ ਜਾਗ ਰਹੇ ਆ, ਆਰਾਮ ਕਰ ਰਹੇ ਆ। ਇੰਨਾ ਸੁਣ ਕੇ ਜਦੋਂ ਆਵਾਜ਼ ਸੁਣ ਲਈ ਉਹਨਾਂ ਨੇ, ਤਾਂ ਸਿਪਾਹੀ ਉੱਥੋਂ ਜਾ ਨਿਕਲੇ। ਅੱਛਾ, ਇਹ ਆਵਾਜ਼ ਆਈ ਸੀ, ਅੰਦਰੋਂ ਪੁੱਛਿਆ ਗਿਆ ਸੀ ਮਾਈ ਮੁਮਤਾਜ਼ ਨੂੰ ਕਿ ਮੁਸਾਫਿਰ ਜਾਗਦੇ ਆ ਕਿ ਆਰਾਮ ਕਰ ਰਹੇ ਆ? ਤਾਂ ਮਾਈ ਮੁਮਤਾਜ਼ ਦਾ ਜਿਹੜਾ ਜਵਾਬ ਸੀ ਕਿ ਮੁਸਾਫਿਰ ਆਰਾਮ ਕਰ ਰਹੇ ਆ। ਤੇ ਕੋਟਲਾ ਨਿਹੰਗ ਖਾਂ ਨੇ ਕਿਹਾ ਕਿ ਮੇਰਾ ਜਵਾਈ ਆਰਾਮ ਕਰਦਾ, ਇਸ ਕਰਕੇ ਕਿ ਦਰਵਾਜ਼ਾ ਖੋਲਣਾ, ਤਲਾਸ਼ੀ ਦੇਣੀ ਮੁਨਾਸਿਬ ਨਹੀਂ ਹੈ। ਤਾਂ ਸਿਪਾਹੀਆਂ ਨੇ ਉਹਨਾਂ ਤੇ ਯਕੀਨ ਕੀਤਾ ਤੇ ਵਾਪਸੀ ਹੋ ਗਈ ਉਹਨਾਂ ਦੀ ਉੱਥੇ। ਦੇਖੋ, ਭਾਈ ਬਚਿੱਤਰ ਸਿੰਘ ਜੀ ਉਹਨਾਂ ਦੀ ਜਿਹੜੀ ਸਥਿਤੀ ਸੀ ਸਰੀਰ ਦੀ, ਉਹ ਕਾਫੀ ਜ਼ਿਆਦਾ ਨਾਜ਼ੁਕ ਸੀ। ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋ ਗਏ। ਮਾਈ ਮੁਮਤਾਜ਼ ਨੂੰ ਇਸ ਗੱਲ ਦਾ ਬਹੁਤ ਵੱਡਾ ਗਮ ਲੱਗਿਆ, ਦੁੱਖ ਲੱਗਿਆ, ਤੇ ਵਕਤ ਗੁਜ਼ਰਿਆ, ਸਮਾਂ ਬਦਲਿਆ। ਸਮਾਂ ਬਦਲਣ ਤੋਂ ਬਾਅਦ ਜਦੋਂ ਮਾਈ ਮੁਮਤਾਜ਼ ਨੂੰ ਦਾ ਰਿਸ਼ਤਾ ਕੋਟਲਾ ਨਿਹੰਗ ਖਾਂ ਕਿਤੇ ਹੋਰ ਲੱਗਿਆ ਕਰ, ਨਿਕਾਹ ਪੜਾਉਣ ਲੱਗਿਆ, ਤਾਂ ਮਾਈ ਮੁਮਤਾਜ਼ ਨੂੰ ਪੁੱਛਿਆ ਗਿਆ ਕਿ ਤੇਰਾ ਨਿਕਾਹ ਹੈ ਹੁਣ? ਤਾਂ ਮਾਈ ਮੁਮਤਾਜ਼ ਦਾ ਅੱਗੋਂ ਜਵਾਬ ਸੀ ਕਿ ਅੱਬਾ ਜਾਨ ਮੈਂ ਵਿਆਹ ਨਹੀਂ ਕਰਾਉਣਾ। ਉਹਨੂੰ ਪੁੱਛਿਆ ਗਿਆ ਮਾਈ ਮੁਮਤਾਜ਼ ਨੂੰ ਕਿ ਤੂੰ ਵਿਆਹ ਕਿਉਂ ਨਹੀਂ ਕਰਾਉਣਾ? ਜੀ, ਉਹਨੇ ਆਪ ਜਵਾਬ ਦਿੱਤਾ ਮਾਈ ਮੁਮਤਾਜ਼ ਨੇ ਕਿ ਮੈਂ ਅੱਬਾ ਜਾਨ ਵਿਆਹ ਨਹੀਂ ਕਰਾਉਣਾ। ਤੁਸੀਂ ਖੁਦ ਯਾਦ ਕਰੋ ਉਹ ਰਾਤ, ਉਹ ਦਿਨ ਜਦੋਂ ਤੁਸੀਂ ਖੁਦ ਕਿਹਾ ਸੀ ਕਿ ਅੰਦਰ ਮੇਰੀ ਧੀ ਤੇ ਜਵਾਈ ਪਏ ਆ, ਤੇ ਜੇਕਰ ਅੱਜ ਮੈਂ ਵਿਆਹ ਕਰਾਉਣੀ ਆ ਨਾ, ਤਾਂ ਮੈਂ ਖੁਦਗਰਜ਼ ਕਹਾਉਂਗੀ, ਮੇਰੇ ਉਸ ਪਾਕ ਰਿਸ਼ਤੇ ਨੂੰ ਦਾਗ ਲੱਗ ਜੂ। ਮੈਂ ਉਸ ਵਿਆਹ ਕਰਵਾ ਕੇ ਆਪਦਾ ਉਸ ਪਾਕ ਰਿਸ਼ਤੇ ਨੂੰ ਦਾਗ ਨਹੀਂ ਲਵਾਉਣਾ ਚਾਹੁੰਦੀ, ਕਿਉਂਕਿ ਮੈਂ ਤਾਂ ਉਸੇ ਦਿਨ ਵਿਧਵਾ ਹੋ ਗਈ ਸੀ ਜਿਸ ਦਿਨ ਭਾਈ ਬਚਿੱਤਰ ਸਿੰਘ ਹੁਣੀ ਸ਼ਹੀਦ ਹੋਏ ਆ। ਜੀ, ਇਹ ਪੱਖ ਹੈ ਇਤਿਹਾਸ ਦਾ ਕਿ ਜਿਹਦੇ ਕਰਕੇ ਮਾਈ ਮੁਮਤਾਜ਼ ਨੂੰ ਅਦਬ ਤੇ ਸਤਿਕਾਰ ਨਾਲ ਸਿੱਖ ਇਤਿਹਾਸ ਦੇ ਵਿੱਚ ਯਾਦ ਕੀਤਾ ਜਾਂਦਾ ਤੇ ਸਤਿਕਾਰ ਦਿੱਤਾ ਜਾਂਦਾ। ਜੀ,
ਬੜੀ ਵੱਡੀ ਗੱਲ ਹੈ। ਫਿਰ ਉਸ ਤੋਂ ਬਾਅਦ ਮਾਈ ਮੁਮਤਾਜ਼ ਦਾ ਸਮਾਂ ਕਿਵੇਂ ਗੁਜ਼ਰਿਆ, ਕਿਉਂਕਿ ਨਿਹੰਗ ਖਾਂ ਜੀ ਵੀ ਦੁਨੀਆ ਤੋਂ ਰੁਖਸਤ ਸਭ ਨੇ ਹੋਣਾ ਆ। ਜੀ ਉਸ ਤੋਂ ਬਾਅਦ ਮਾਈ ਮੁਮਤਾਜ਼ ਦਾ ਜਿਹੜਾ ਪਿਛਲਾ ਜੀਵਨ ਸੀ, ਉਸ ਘਟਨਾ ਤੋਂ ਬਾਅਦ ਵਾਲਾ ਜਿਹੜਾ ਜੀਵਨ ਸੀ, ਸਾਰਾ ਰੱਬ ਭਗਤੀ ਦੇ ਵਿੱਚ, ਅੱਲਾ ਦੀ ਇਬਾਦਤ ਦੇ ਵਿੱਚ ਗੁਜ਼ਰਿਆ। ਅੰਤ ਨੂੰ ਤੰਤ ਜਦੋਂ ਉਹ ਦੁਨੀਆ ਤੋਂ ਰੁਖਸਤ ਹੋਈ ਤਾਂ ਉਹਨਾਂ ਦੀ ਯਾਦ ਦੇ ਵਿੱਚ ਜਿੱਥੇ ਤੁਹਾਨੂੰ ਦੱਸ ਰਿਹਾ ਕਿ ਮੁਮਤਾਜ਼ਗੜ੍ਹ ਬੜੀ ਪਿੰਡ ਦਾ, ਪਰਖਾਲੀ ਨੇੜੇ ਪਿੰਡ ਹੈ ਬੜੀ ਪਿੰਡ, ਉਸ ਪਿੰਡ ਦੇ ਵਿੱਚ ਕਿਲਾ ਸੀ। ਕਿਲਾ ਢਹਿ ਕੇ ਹੁਣ ਉੱਥੇ ਗੁਰੂ ਘਰ ਉਸਾਰਿਆ ਗਿਆ, ਮਾਈ ਮੁਮਤਾਜ਼ ਦਾ ਕਿਲਾ ਬਣਾਇਆ ਗਿਆ ਸੀ ਉੱਥੇ। ਠੀਕ ਹੈ ਜੀ। ਉਸ ਤੋਂ ਬਾਅਦ ਅੱਜ ਵੀ ਨਰੰਗਪੁਰਾ ਪਿੰਡ ਹੈ ਉੱਥੇ, ਜਿੱਥੇ ਅੱਜ ਮਾਈ ਮੁਮਤਾਜ਼ ਦੀ ਕਬਰ, ਇੱਕ ਜੰਗਲ ਜਿਹਾ ਬਣਿਆ ਹੋਇਆ, ਉਹਦੇ ਵਿੱਚ ਜਾ ਕੇ ਕਬਰ ਵੀ ਅੱਜ ਮਾਈ ਮੁਮਤਾਜ਼ ਦੀ ਹੈਗੀ ਆ, ਜਿਹਦੇ ਦਰਸ਼ਨ ਕੀਤੇ ਜਾ ਸਕਦੇ ਆ। ਕਿਉਂਕਿ ਬਹੁਤ ਲੋਕ ਮਾਈ ਮੁਮਤਾਜ਼ ਬਾਰੇ ਨਹੀਂ ਜਾਣਦੇ। ਇਹ ਪੱਖ ਬਹੁਤ ਲੁਕਮਾ ਰਿਹਾ ਹੁਣ ਤੱਕ। ਹੋਰ ਪੱਖਾਂ ਬਾਰੇ ਬਹੁਤ ਗੱਲਾਂ ਹੋ ਲੀਆਂ, ਵਿਚਾਰ ਹੋ ਚੁੱਕੇ ਆ, ਪਰ ਇਹ ਪੱਖ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖੀ ਤੇ ਪਹਿਰਾ ਦੇਣ, ਜੇ ਤੁਸੀਂ ਚਾਹੁੰਦੇ ਹੋ ਕਿ ਸਿੱਖੀ ਸਰੂਪ ਚ ਰਹਿਣ, ਕੇਸਾਂ ਦੇ ਕਤਲ ਨਾ ਹੋਣ, ਸਿੱਖੀ ਤੋਂ ਪਰੋਖੇ ਨਾ ਹੋਣ, ਤਾਂ ਤੁਹਾਨੂੰ ਇਹਨਾਂ ਚੀਜ਼ਾਂ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜਨਾ ਪੈਣਾ। ਬਿਲਕੁਲ, ਹਿਸਟਰੀ ਦੇ ਨਾਲ ਜੋੜਨਾ ਪਏਗਾ ਤਾਂ ਕਿ ਗੁਰੂ ਸਿਧਾਂਤ ਬਾਰੇ ਜਾਣਕਾਰੀ ਮਿਲੇ। ਪਰ ਇਹ ਜਿਹੜੀਆਂ ਘਟਨਾਵਾਂ ਨੇ, ਕਿਤੇ ਨਾ ਕਿਤੇ ਦੇਖੋ ਇਨਸਾਨੀਅਤ ਪਸੰਦ ਘਟਨਾਵਾਂ ਨੇ, ਉਦੋਂ ਮਜ਼ਹਬ ਦੀਆਂ ਦੀਵਾਰਾਂ ਬਾਉਣੀਆਂ ਪੈ ਜਾਂਦੀਆਂ ਨੇ, ਇਨਸਾਨੀਅਤ ਕਿੰਨੀ ਵੱਡੀ ਹੋ ਜਾਂਦੀ ਹੈ। ਮੈਂ ਤੁਹਾਡੀ ਗੱਲ ਵਿਚਾਲੇ ਰੱਖਦਾ। ਮੈਂ ਬਾਰ-ਬਾਰ, ਤੁਸੀਂ ਕਹੋਗੇ ਸਿੱਖੀ ਦਾ ਜ਼ਿਕਰ ਹੋ ਰਿਹਾ, ਸਿੱਖੀ ਦਾ ਜ਼ਿਕਰ, ਤੁਸੀਂ ਬਹੁਤ ਲੋਕਾਂ ਦਾ ਦੀ ਖਿਆਲਾਤ ਇਹ ਨੇ, ਇਹ ਸਮਝ ਹੈ ਕਿ ਜਿਹੜਾ ਬੰਦਾ ਜਿਹਦਾ ਦਾੜਾ ਰੱਖਿਆ, ਜਿਹਨੇ ਅੰਮ੍ਰਿਤ ਛਕ ਲਿਆ, ਬਾਣਾ ਪਾ ਲਿਆ, ਵੀ ਉਹ ਸਿੱਖ ਬਣ ਗਿਆ। ਸਿੱਖ ਇੱਕ ਆਈਡੀਓਲੋਜੀ ਹੈ, ਇੱਕ ਵਿਚਾਰਧਾਰਾ ਜੀ। ਕਿਉਂਕਿ ਜਿੰਨਾ ਚਿਰ ਤੁਸੀਂ ਸਿੱਖ ਓਨਾ ਚਿਰ ਨਹੀਂ ਹੈਗੇ ਜਿੰਨਾ ਚਿਰ ਤੁਸੀਂ ਵਿਦਿਆਰਥੀ ਨਹੀਂ। ਸਿੱਖ ਦਾ ਅਰਥ ਵਿਦਿਆਰਥੀ ਹੈ ਜੀ, ਨਾ ਕਿ ਤੁਸੀਂ ਬਾਣੇ ਦੇ ਵਿੱਚ ਸੱਜ ਗਏ, ਬਾਣੇ ਦੇ ਵਿੱਚ ਸੱਜ ਕੇ ਤੁਸੀਂ ਮਾੜੇ ਕਰਮ ਕਰ ਰਹੇ ਹੋ, ਸਿੱਖੀ ਨੂੰ ਢਾਹ ਲਾ ਰਹੇ ਹੋ। ਨੋ, ਸਾਡਾ ਫਰਜ਼ ਇਹ ਹੈ ਕਿ ਅੰਦਰੋਂ ਸਿੱਖ ਹੋ ਜਾਈਏ, ਬਾਣੇ ਤੋਂ ਪਿੱਛੇ ਰਹਿ ਜਾਈਏ, ਕੋਈ ਫਰਕ ਨਹੀਂ ਪੈਣਾ। ਪਰ ਜਦੋਂ ਜਿੰਨਾ ਚਿਰ ਤੁਸੀਂ ਅੰਦਰੋਂ ਸਿੱਖ ਨਹੀਂ ਬਣ ਸਕੇ, ਉਹਨਾਂ ਚਿਰ ਕਰੀਏ ਵੀ ਵਿਚਾਰਧਾਰਾ ਪਹਿਲਾਂ ਸਾਡੇ ਅੰਦਰ ਆਉਣੀ ਚਾਹੀਦੀ ਹੈ। ਜੇ ਵਿਚਾਰ ਹੀ ਨਹੀਂ ਆਈ ਤੇ ਫਿਰ ਇਕੱਲੇ ਕੱਪੜੇ ਪਾ ਕੇ ਵੀ ਕੀ ਕਰਾਂਗੇ। ਕੱਪੜਿਆਂ ਨਾਲ ਨਹੀਂ ਪੂਰ ਪੈਣੇ, ਕਿਉਂਕਿ ਇਸ ਚੀਜ਼ ਦੇ ਲਈ ਸਾਨੂੰ ਪਹਿਰਾ ਦੇਣਾ ਪੈਣਾ, ਸਾਨੂੰ ਅੰਦਰੋਂ ਜੁੜਨਾ ਪੈਣਾ ਸਿੱਖੀ ਦੇ ਨਾਲ। ਤਾਂ ਅਸੀਂ, ਕਿਉਂਕਿ ਗੁਰੂ ਸਾਹਿਬ ਨੇ ਸਿੱਖ ਦਾ ਜਿਹੜਾ ਰੁਤਬਾ ਦਿੱਤਾ, ਸਿੱਖ ਸਾਜਿਆ, ਜਿਹੜਾ ਵਿਦਿਆਰਥੀ ਦੇ ਤੌਰ ਤੇ ਸਾਜਿਆ ਸੀ, ਉਹਨਾਂ ਨੇ ਇਹ ਨਹੀਂ ਸੀ ਸਾਜਿਆ ਕਿ ਤੁਸੀਂ ਸਿੱਖ ਬਣ ਕੇ ਜੀ ਬਸ ਪੂਰ ਹੋ ਜਾਓਗੇ। ਤੁਸੀਂ ਆਪਦੇ ਫਰਜ਼ਾਂ ਨੂੰ ਪਛਾਣੋ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਵੀ ਇਹੀ ਹੈ ਕਿ ਜਿੰਨਾ ਚਿਰ ਬੰਦਾ ਇਸਲਾਮਿਕ ਸਰਾਂ ਦੇ ਅਨੁਸਾਰ ਚੱਲਦਾ ਨਹੀਂ, ਜਿੰਨਾ ਚਿਰ ਉਹ ਕੁਰਾਨ ਪਾਕ ਤੇ ਭਰੋਸਾ ਨਹੀਂ ਜਤਾਉਂਦਾ, 5 ਵਕਤੀ ਨਮਾਜ਼ੀ ਨਹੀਂ ਹੁੰਦਾ। ਇਹ ਨਹੀਂ ਕਿ ਉਹ ਸਿਰਫ 5 ਨਮਾਜ਼ਾਂ ਪੜ੍ਹਦਾ, ਕੁਰਾਨ ਪਾਕ ਦਾ 2 ਵਕਤ ਪੜ੍ਹ ਰਿਹਾ ਜਾਂ ਅਮਲ ਤੋਂ ਬਿਨਾਂ ਚੱਲ ਰਿਹਾ, ਉਹ ਮੁਸਲਮਾਨ ਨਹੀਂ ਹੋ ਸਕਦਾ ਜੀ। ਤੁਹਾਨੂੰ ਅਮਲ ਕਰਨੇ ਪੈਣੇ, ਅਮਲਾਂ ਤੇ ਨਿਬੇੜੇ ਹੋਣੇ ਆ ਜਾ ਕੇ ਤੁਹਾਡੇ। ਜੀ ਜੀ, ਬੜੀ ਸੁੰਦਰ ਲੱਗੀ ਜਿਹੜੀ ਤੁਸੀਂ ਘਟਨਾ ਦਾ ਜ਼ਿਕਰ ਕੀਤਾ। ਮੇਰੇ ਖਿਆਲ ਇਹਦੇ ਨਾਲ ਕੀ ਹੋਵੇਗਾ ਕਿ ਇਹ ਜਦੋਂ ਇੰਟਰਵਿਊ ਚੱਲੇਗੀ, ਉਸ ਤੋਂ ਬਾਅਦ ਕੁਝ ਸੱਜਣ ਜਾਣਗੇ, ਦੇਖਣਗੇ ਵੀ ਵਾਕਈ ਗੁਰਦੁਆਰਾ ਮੁਮਤਾਜ਼ਗੜ੍ਹ ਸਾਹਿਬ ਹੈ। ਬਿਲਕੁਲ ਜੀ। ਉੱਥੇ ਕੀ ਹਿਸਟਰੀ ਲਿਖੀ ਹੋਈ ਹੈ, ਉੱਥੇ ਕੀ ਹੈ, ਫਿਰ ਉਹ ਮਾਤਾ ਜੀ ਬਾਰੇ ਜਾਣਕਾਰੀ, ਵੀ ਕਦੋਂ ਸਰੀਰ ਛੱਡਿਆ, ਕਿਵੇਂ ਸਮਾਂ ਗੁਜ਼ਾਰਿਆ, ਸਾਰਾ ਕੁਝ ਤੁਸੀਂ ਦੇਖੋਗੇ ਜਾ ਕੇ। ਮੈਂ ਆਪਣੀ ਜਿਹੜੀ ਕਿਤਾਬ ਹੈ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ, ਉਹਦੇ 'ਚ ਮੈਂ ਵਿਸ਼ੇਸ਼ ਜਾ ਕੇ ਦੇਖਿਆ। ਉਹਦੇ 'ਚ ਕਬਰ ਦੀਆਂ ਫੋਟੋਜ਼ ਨੇ, ਉਹ ਜਿਹੜਾ ਸਥਾਨ ਹੈ ਮਾਈ ਮੁਮਤਾਜ਼ ਦੀ ਯਾਦ ਦੇ ਵਿੱਚ ਗੁਰੂ ਘਰ ਉਸਰਿਆ ਹੋਇਆ, ਉੱਥੋਂ ਦੀਆਂ ਤਸਵੀਰਾਂ ਨੇ। ਤੇ ਉੱਥੇ ਤੁਹਾਨੂੰ ਦੇਖਿਓ ਰੂਹ ਨੂੰ ਕਿੰਨਾ ਸਕੂਨ ਮਿਲਦਾ। ਬਹੁਤ ਤਾਂ ਜਾ ਕੇ ਪਹਾੜੀ ਜੀ ਬਣੀ ਹੋਈ ਆ ਹਲਕੀ ਜੀ, ਉਸ ਪਹਾੜੀ ਦੇ ਉੱਤੇ ਸਥਾਨ ਹੈ। ਤੇ ਮਤਲਬ ਤੁਸੀਂ ਇਹ ਲਾ ਲਓ ਕਿ ਜੇ ਤੁਸੀਂ ਜਾਓਗੇ ਤਾਂ ਮਹਿਸੂਸ ਜ਼ਰੂਰ ਕਰੋਗੇ, ਠੰਡਕ ਜ਼ਰੂਰ ਹੋਊਗੀ। ਕਿਉਂਕਿ ਸਾਡੇ ਇਤਿਹਾਸਕ ਪੱਖ ਨੇ, ਸਾਨੂੰ ਜਾਣਨਾ ਜ਼ਰੂਰੀ ਹੈ, ਸਾਨੂੰ ਦੱਸਣਾ ਜ਼ਰੂਰੀ ਹੈ। ਜੀ ਜੀ, ਬਹੁਤ ਸੁੰਦਰ ਗੱਲ ਕਹੀ ਹੈ। ਜਿਵੇਂ ਤੁਸੀਂ ਇਹ ਐਗਜ਼ਾਮਪਲ ਦਿੱਤੀ ਹੈ, ਇਹਦੇ ਨਾਲ ਭਾਵੇਂ ਕਾਫੀ ਪ੍ਰਚਾਰਕਾਂ ਨੂੰ ਇਸ ਗੱਲ ਦਾ ਪਤਾ ਹੋਵੇ, ਆਮ ਸੰਗਤ ਨੂੰ ਕਈ ਵਾਰ ਨਹੀਂ ਪਤਾ ਹੁੰਦਾ ਜੀ। ਬਿਲਕੁਲ ਪਤਾ ਲੱਗਦਾ ਹੈ, ਜਾਣਕਾਰੀ ਵਿੱਚ ਵਾਧਾ ਹੁੰਦਾ ਹੈ। ਬਿਲਕੁਲ ਜੀ, ਜਾਣਕਾਰੀ ਵਿੱਚ ਵਾਧਾ ਹੋਣ ਦੇ ਨਾਲ ਜਿੱਥੇ ਅਸੀਂ ਅੱਜ ਤੱਕ ਇਹ ਸੁਣਦੇ ਸਾਂ ਵੀ ਮੁਸਲਮਾਨਾਂ ਨੇ ਮਾਰਿਆ, ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਵੀ ਉਹ ਸ਼ਾਸਕ ਨੇ। ਬਿਲਕੁਲ ਜੀ, ਸ਼ਾਸਕ ਨੇ, ਸ਼ਾਸਕਾਂ ਵੱਲੋਂ ਕੀਤੀ ਹੋਈ ਇੱਕ ਕਾਰਵਾਈ ਹੈ, ਉਹਨੂੰ ਇੱਕ ਧਰਮ ਨਾਲ ਜੋੜ ਕੇ ਦੇਖਣਾ ਮੇਰੇ ਖਿਆਲ ਦੇ ਵਿੱਚ ਇਹ ਗੁਨਾਹ ਹੋ ਜਾਵੇਗਾ। ਬਿਲਕੁਲ ਜੀ। ਹੋਰ ਕੁਝ ਐਸੀਆਂ ਘਟਨਾਵਾਂ ਤੁਸੀਂ ਆਪਣੀ ਕਿਤਾਬ ਦੇ ਵਿੱਚ ਜਿਹੜੀਆਂ ਪੇਸ਼ ਕੀਤੀਆਂ ਨੇ, ਜਿਹੜੀਆਂ ਤੁਸੀਂ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਹੋਰ ਕੀ ਕਰਨਾ ਚਾਹੁੰਦੇ ਹੋ? ਕਿਉਂਕਿ ਅਸਲ ਦੇ ਵਿੱਚ ਬਹੁਤ ਇਹੋ ਜਿਹੇ ਪੱਖ ਨੇ ਜਿਹੜੇ ਕਿ ਨਹੀਂ ਉਭਾਰੇ ਗਏ। ਮੈਂ ਚਾਹੁੰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਕੁਝ ਕਰਾਂ ਜਾਂ ਲਿਖਾਂ, ਉਹ ਨਿਵੇਕਲਾ ਹੋਵੇ, ਨਵਾਂ ਹੋਵੇ। ਦੇਖੋ, ਗਿਆਨਵਾਨ ਤਾਂ ਸਾਰੇ ਨਹੀਂ ਹੋ ਸਕਦੇ। ਮੈਂ ਵੀ ਸਿੱਖਦਾ, ਤੁਸੀਂ ਵੀ ਸਿੱਖਦੇ ਹੋ, ਆਪਾਂ ਸਾਰੇ ਵਿਦਿਆਰਥੀ ਹਾਂ, ਸਿੱਖਣ ਵਾਲੇ। ਕਿਉਂਕਿ ਅਸੀਂ ਪਹਿਲਾਂ ਸਿੱਖ ਹਾਂ, ਮੈਨੂੰ ਤਾਂ ਇਹ ਲੱਗਦਾ ਕਿ ਅਸੀਂ ਤਾਂ ਸਿੱਖ ਹਾਂ, ਅਸੀਂ ਵਿਦਿਆਰਥੀ ਹਾਂ ਪਹਿਲਾਂ, ਉਸ ਤੋਂ ਬਾਅਦ ਸਭ ਕੁਝ ਹਾਂ ਜੀ। ਠੀਕ ਹੈ ਜੀ। ਸੋ ਜਿਵੇਂ ਕਿ ਹੁਣ ਸੈਫੂਦੀਨ ਜੀ ਦੀ ਗੱਲ ਕਰ ਲਓ। ਸੈਫੂਦੀਨ ਜੀ ਜਿਨ੍ਹਾਂ ਨੇ ਹੁਣ ਬਹਾਦਰਗੜ੍ਹ ਪਟਿਆਲੇ ਦੇ ਵਿੱਚ ਜਿੰਨੇ ਵਸਿੰਦੇ ਨੇ, ਮੈਨੂੰ ਨਹੀਂ ਲੱਗਦਾ ਕਿ ਸਾਰੇ ਦੇ ਸਾਰੇ ਜਾਣਦੇ ਹੋਣਗੇ ਸੈਫੂਦੀਨ ਜੀ। ਨਹੀਂ ਜਾਣਦੇ, ਬਿਲਕੁਲ ਜੀ। ਬਹਾਦਰਗੜ੍ਹ ਬਾਰੇ ਬਹੁਤ ਲੋਕਾਂ ਨੂੰ ਇਹ ਤਾਂ ਪਤਾ ਕਿ ਬਹਾਦਰਗੜ੍ਹ ਹੈਗਾ ਕੋਈ ਸ਼ਹਿਰ ਹੈ, ਕੋਈ ਕਸਬਾ,
ਪਰ ਇਹ ਨਹੀਂ ਕਿ ਪਤਾ ਕਿ ਬਹਾਦਰਗੜ੍ਹ ਦਾ ਅਸਲ ਨਾਂ ਕੀ ਹੈ। ਬਹਾਦਰਗੜ੍ਹ ਕਿਹਨਾਂ ਨੇ ਵਸਾਇਆ ਤੇ ਕਿੰਨੇ, ਮੈਂ ਤਾਂ ਕਹਿੰਦਾ ਅਸੀਂ ਮਾਲਵੇ ਦੇ ਲੋਕ ਕਿੰਨੇ ਭਾਗਾਂ ਵਾਲੇ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਜਿੰਨੀਆਂ ਵੀ ਯਾਤਰਾਵਾਂ ਨੇ ਮਾਲਵੇ ਦੇ ਵਿੱਚ ਵੱਧ ਨੇ। ਸਾਡੀ ਤਾਂ ਮੈਂ ਕਹਿੰਦਾ ਪੈੜ ਤੋਂ ਬਾਅਦ ਸਾਡੇ ਲਈ ਤਾਂ ਇਤਿਹਾਸਕ ਸਥਾਨ ਹੈ, ਸਾਡੇ ਲਈ ਤਾਂ ਸਿਰ ਨਿਵਣਾ ਚਾਹੀਦਾ ਸਾਡਾ ਵੱਧ। ਹੁਣ ਤੁਸੀਂ ਬਹਾਦਰਗੜ੍ਹ ਦੀ ਗੱਲ ਕਰ ਲਓ, ਬਹਾਦਰਗੜ੍ਹ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ 4 ਵਾਰੀ ਆਏ ਤੇ ਸੈਫੂਦੀਨ ਜੀ ਦੇ ਨਾਲ ਬੇਅੰਤ ਮੋਹ ਸੀ ਉਹਨਾਂ ਦਾ। ਸ਼ਾਇਦ ਇਸ ਚੀਜ਼ ਤੋਂ ਪਿੱਛੇ ਜਾ ਕੇ ਥੋੜਾ ਜਿਹਾ ਦੱਸਦਾ ਮੈਂ, ਜਦੋਂ ਧਰਮ ਪ੍ਰਚਾਰ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਆਏ, ਇਸ ਚੀਜ਼ ਦਾ ਜਦੋਂ ਸੈਫੂਦੀਨ ਜੀ ਨੂੰ ਪਤਾ ਲੱਗਿਆ ਸੀ, ਉਹਨਾਂ ਨੇ ਗੁਰੂ ਸਾਹਿਬ, ਦੇਖੋ ਕਿੰਨੀ ਉਹਨਾਂ ਦੇ ਅੰਦਰ ਕਿੰਨੀ ਮੁਹੱਬਤ ਸੀ, ਕਿੰਨਾ ਸਤਿਕਾਰ ਸੀ ਗੁਰੂ ਸਾਹਿਬ ਦੇ ਲਈ ਕਿ ਉਹ ਬਹਾਦਰਗੜ੍ਹ ਦੀ ਜੂਹ ਤੇ ਆ ਗਏ। ਦੇਖੋ ਜਿਹੜਾ ਬੰਦਾ ਗੇਟ ਤੇ ਖੜ ਕੇ ਰਿਸ਼ਤੇਦਾਰ ਨੂੰ ਉਡੀਕ ਰਿਹਾ, ਉਹਦੇ ਅੰਦਰ ਕਿੰਨੀ ਲਾਲਸਾ ਤੇ ਕਿੰਨੀ ਮੁਹੱਬਤ ਹੋਊਗੀ, ਕਿਉਂਕਿ ਸੈਫੂਦੀਨ ਜੀ ਨੇ ਗੁਰੂ ਸਾਹਿਬ ਦੀ ਮਹਿਮਾ ਸੁਣੀ ਹੋਈ ਸੀ, ਉਹਨਾਂ ਦੀ ਸ਼ਖਸੀਅਤ ਬਾਰੇ ਜਾਣੂ ਸੀ, ਉਹਦੇ ਅੰਦਰ ਲਾਲਸਾ ਸੀ ਜਦੋਂ ਪਹਿਲੀ ਵਾਰੀ ਮਿਲੇ ਜੀ। ਕਿੱਡੀ ਮੁਹੱਬਤ ਹੈ, ਇਹ ਸਾਡੀ ਸਾਂਝ ਦਾ ਕਿੱਡਾ ਵੱਡਾ ਪ੍ਰਮਾਣ ਹੈ। ਤਾਂ ਜਦੋਂ ਪਤਾ ਲੱਗਿਆ ਸੈਫੂਦੀਨ ਜੀ ਨੂੰ ਕਿ ਗੁਰੂ ਸਾਹਿਬ ਆ ਰਹੇ ਨੇ, ਤਾਂ ਬਹਾਦਰਗੜ੍ਹ ਦੀ ਜੂਹ ਤੇ ਖੜ ਕੇ ਗੁਰੂ ਸਾਹਿਬ ਦਾ ਅਦਬ ਕੀਤਾ, ਸਤਿਕਾਰ ਕੀਤਾ, ਉਹਨਾਂ ਨੂੰ ਮੁਹੱਬਤ ਨਾਲ ਮਿਲੇ। ਤਾਂ ਗੁਰੂ ਸਾਹਿਬ ਘੋੜੇ ਦੀ ਕਾਠੀ ਤੋਂ ਪੈਰ ਥੱਲੇ ਲਾ ਕੇ ਜਦੋਂ ਲਾਉਣ ਲੱਗੇ ਤਾਂ ਸੈਫੂਦੀਨ ਜੀ ਨੇ ਰੋਕ ਲਿਆ ਗੁਰੂ ਸਾਹਿਬ ਨੂੰ ਕਿ ਤੁਸੀਂ ਘੋੜੇ ਦੀ ਕਾਠੀ ਤੋਂ ਪੈਰ ਨਹੀਂ ਲਾਉਣਾ, ਮੈਂ ਤੁਹਾਡੀ ਘੋੜੇ ਦੀ ਲਗਾਮ ਫੜ ਕੇ ਮੂਰੇ ਤੋੜੂੰਗਾ। ਤੁਸੀਂ ਇਸ ਚੀਜ਼ ਨੂੰ, ਉਹ ਨਕਸ਼ ਕਦਮ ਨੂੰ ਤੁਸੀਂ ਅੱਖਾਂ ਦੇ ਵਿੱਚ ਉਹ ਦ੍ਰਿਸ਼ ਨੂੰ ਸਿਰਜ ਕੇ ਦੇਖੋ, ਫਿਰ ਪਤਾ ਲੱਗਦਾ ਕਿ ਕਿੰਨੀ ਯਾਰ ਮੁਹੱਬਤ। ਸਾਨੂੰ ਕੋਈ ਬੰਦਾ ਮਾੜਾ ਜਿਹਾ ਗੇਟ ਤੇ ਖੜ ਕੇ ਕਹਿ ਦੇਵੇ ਜੀ ਆਇਆਂ ਨੂੰ, ਚਾਹ ਚੜ ਜਾਂਦਾ ਤੇ ਉਹ ਘੋੜੇ ਦੀ ਲਗਾਮ ਫੜ ਕੇ ਤੁਰੇ ਮੂਰੇ, ਜਦ ਕਿ ਉਹ ਵੀ ਉਸ ਮੌਕੇ ਦੇ ਉੱਤੇ ਇੱਥੋਂ ਦੇ ਨਵਾਬ ਸੀ। ਵੱਡੀ ਗੱਲ ਹੈ, ਇੱਕ ਨਵਾਬ ਦਾ ਗੁਰੂ ਸਾਹਿਬ ਲਈ ਇਸ ਤਰੀਕੇ ਨਾਲ ਪੇਸ਼ ਆਉਣਾ, ਇਸ ਤਰੀਕੇ ਨਾਲ ਮਿਲਣਾ ਤੁਹਾਡੇ ਲਈ ਕਿੱਡੀ ਵੱਡੀ ਉਦਾਹਰਨ ਹੈ ਸਾਂਝ ਦੀ। ਤੇ ਉਹਨਾਂ ਦੀ ਗੁਰੂ ਸਾਹਿਬ ਨਾਲ ਇੰਨੀ ਜ਼ਿਆਦਾ ਸਾਂਝ ਹੋਈ, ਗੁਰੂ ਸਾਹਿਬ 4 ਵਾਰੀ ਇੱਥੇ ਆ ਕੇ ਬਹਾਦਰਗੜ੍ਹ ਦੇ ਵਿੱਚ, ਤੇ ਇਸ ਤੋਂ ਲੰਮਾ ਸਮਾਂ ਵੱਡੀ ਗੱਲ। ਇੱਕ ਹੋਰ ਗੱਲ ਦੱਸਦਾ ਕਿ ਇਹ ਬਹਾਦਰਗੜ੍ਹ ਦਾ ਅਸਲ ਨਾਂ ਜਿਹੜਾ ਸੀ ਸੈਫਾਬਾਦ ਸੀ, ਪਹਿਲਾਂ ਸੈਫਾਬਾਦੀ ਨਾਂ ਸੀ। ਤੇ ਜਦੋਂ ਉਸ ਤੋਂ ਵੱਡੀ ਗੱਲ ਦੱਸਦਾ ਤੁਹਾਨੂੰ ਮੈਂ, ਇਹ ਤੋਂ ਵੀ ਅੱਗੇ ਚੱਲਦੇ ਹਾਂ, ਜਦੋਂ ਆਪਾਂ ਕਿ ਜਦੋਂ ਗੁਰੂ ਸਾਹਿਬ ਕਿਤੇ ਦੂਰ ਦੇਸ਼ ਜਾਂਦੇ ਸੀ, ਜੇ ਤਾਂ ਰਾਹ ਇਹ ਹੋਣਾ ਤਾਂ ਸੈਫੂਦੀਨ ਜੀ ਨੂੰ ਮਿਲ ਕੇ ਜਾਣਾ, ਜੇ ਹੋਰ ਰਾਹ ਕਿਸੇ ਨਿਕਲੇ ਤਾਂ ਗੁਰੂ ਸਾਹਿਬ, ਜੇ ਉੱਥੇ ਕਿਸੇ ਦੇਸ਼ ਦੇ ਵਿੱਚ ਦੂਰ ਦਰਾਡੇ ਜਿੱਥੇ ਕਿਤੇ ਜਾਣਾ, ਕੋਈ ਚੰਗੀ ਚੀਜ਼, ਕੋਈ ਕੀਮਤੀ ਵਸਤੂ ਲੱਗਣੀ, ਤਾਂ ਗੁਰੂ ਸਾਹਿਬ ਨੇ ਲੈ ਕੇ ਸੈਫੂਦੀਨ ਜੀ ਕੋਲੇ ਆਪ ਆਉਣਾ, ਲੈ ਕੇ ਜਾਂ ਆਪਦੇ ਕਿਸੇ ਨਾ ਕਿਸੇ ਸ਼ਰਧਾਲੂ ਦੇ ਜ਼ਰੀਏ ਸੈਫੂਦੀਨ ਜੀ ਤੱਕ ਪੁੱਜਦੀ ਕਰਨੀ। ਇਹ ਕਿੱਡੀ ਵੱਡੀ ਮੁਹੱਬਤ ਹੈ ਸਾਡੇ ਲਈ ਜੀ। ਇਸ ਤੋਂ ਵੀ ਅੱਗੇ ਚੱਲੋ, ਜਦੋਂ ਦਿੱਲੀ ਦੇ ਵਿੱਚ ਗੁਰੂ ਸਾਹਿਬ ਨੇ ਸ਼ਹੀਦੀ ਦੇਣੀ ਸੀ, ਉਸ ਮੌਕੇ ਵੀ ਸੈਫੂਦੀਨ ਜੀ ਨੂੰ ਗੁਰੂ ਸਾਹਿਬ ਮਿਲ ਕੇ ਗਏ। ਕਿੱਥੇ ਮਿਲਦਾ ਬੰਦਾ ਅੰਤਲੇ ਵਕਤ ਦੇ, ਜਦ ਕਿ ਪਤਾ ਸੀ ਗੁਰੂ ਸਾਹਿਬ ਨੂੰ ਕਿ ਮੈਂ ਸ਼ਹੀਦ ਹੋ ਜਾਣਾ, ਪਤਾ ਸੀ ਗੁਰੂ ਸਾਹਿਬ ਨੂੰ, ਪਰ ਇਸ ਜੇ ਮੁਹੱਬਤ ਸੀ ਤਾਂ ਹੀ ਮਿਲ ਕੇ ਗਏ। ਹਾਂ, ਸੈਫਾਬਾਦ ਦਾ ਨਾਮ ਵੀ ਬਹਾਦਰਗੜ੍ਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਉੱਪਰ ਰੱਖਣਾ, ਇਹ ਵੀ ਬਹੁਤ ਵੱਡੀ ਗੱਲ ਹੈ, ਵੀ ਆਪਣਾ ਨਾਮ ਉੱਥੇ ਕੱਟ ਦੇਣਾ, ਬਿਲਕੁਲ, ਔਰ ਗੁਰੂ ਪਾਤਸ਼ਾਹ ਜੀ ਦੇ ਨਾਮ ਦੇ ਉੱਪਰ ਰੱਖ ਦੇਣਾ, ਬਿਲਕੁਲ। ਉਸ ਤੋਂ ਵੱਡੀ ਅੱਗੇ ਚੱਲਦੇ ਆ, ਜਦੋਂ ਦਿੱਲੀ ਦੇ ਵਿੱਚ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ, ਇਸ ਚੀਜ਼ ਦਾ ਜਦੋਂ ਸੈਫੂਦੀਨ ਨੂੰ ਪਤਾ ਲੱਗਿਆ ਤਾਂ ਇੰਨੇ ਜ਼ਿਆਦਾ ਸੋਗ ਦੇ ਵਿੱਚ ਡੁੱਬ ਗਏ, ਉਹਨਾਂ ਨੇ 40 ਦਿਨ ਕਾਲੇ ਕੱਪੜੇ ਪਾ ਕੇ ਇਸ ਦੁੱਖ ਨੂੰ ਦੁੱਖ ਸਮਝਿਆ, ਸ਼ਰੀਕ ਹੋਏ ਉਸ ਦੁੱਖ ਦੇ ਵਿੱਚ। ਇਹ ਜਿਵੇਂ ਗੁਰੂ ਸਾਹਿਬ ਦੇ ਮਨ ਦੇ ਵਿੱਚ ਮੁਹੱਬਤ ਸੀ, ਇਸੇ ਤਰ੍ਹਾਂ ਸੈਫੂਦੀਨ ਜੀਆਂ ਦੇ ਮਨ ਦੇ ਵਿੱਚ ਵੀ ਅੰਤਾਂ ਦੀ ਮੁਹੱਬਤ ਸੀ। ਇਹ ਚੀਜ਼ਾਂ ਸਾਨੂੰ ਬਹੁਤ ਨੇੜੇ ਕਰਦੀਆਂ ਨੇ, ਬਹੁਤ ਕਰੀਬ ਕਰਦੀਆਂ ਨੇ। ਕਾਰਨ ਕੀ ਹੈ? ਲੀਕ ਖਿੱਚਤੀ, ਕੋਰੇ ਮਨਾਂ ਤੇ ਲਿਖਤਾ ਜੋ ਲਿਖਿਆ ਗਿਆ, ਜਿਨ੍ਹਾਂ ਨੇ ਲਿਖਣਾ ਸੀ ਲਿਖ ਹਟੇ ਉਹ। ਪਰ ਜਦੋਂ ਅਸੀਂ ਇਤਿਹਾਸ ਨੂੰ ਫਰੋਲਦੇ ਹਾਂ, ਜਦੋਂ ਅਸੀਂ ਇਤਿਹਾਸ ਦੇ ਝਾਕਦੇ ਹਾਂ, ਵਿੱਚ ਵੜਦੇ ਹਾਂ, ਉਤਰਦੇ ਹਾਂ ਇਤਿਹਾਸ ਦੇ ਵਿੱਚ, ਤਾਂ ਇਹੋ ਜਿਹੇ ਜਿਹੜੇ ਪੱਖ ਨੇ ਉਹ ਸਾਡੇ ਸਾਹਮਣੇ ਆਉਂਦੇ ਆ, ਜਿਹੜੇ ਸਾਨੂੰ ਬਹੁਤ ਕਰੀਬ ਕਰਦੇ ਆ ਜੀ। ਅਸੀਂ ਜਦੋਂ ਦੇਖਦੇ ਹਾਂ ਤਾਂ ਇੱਕ ਪੱਖ ਦੇਖ ਲੈਂਦੇ ਹਾਂ, ਸਿੱਕੇ ਦਾ ਦੂਜਾ ਪਾਸਾ ਨਹੀਂ ਦੇਖਦੇ, ਬਿਲਕੁਲ ਜੀ। ਕਿਉਂਕਿ ਮੇਰੇ ਜੇ ਤੁਸੀਂ ਗੱਲ ਕਰਦੇ, ਹੁਣ ਮੈਂ ਤੁਹਾਨੂੰ ਦੱਸਦਾ, ਜਦੋਂ ਵੱਡਾ ਘੱਲੂਘਾਰਾ ਕਿਤਾਬ ਲਿਖੀ ਤਾਂ ਮੈਨੂੰ ਬਹੁਤ ਲੋਕਾਂ ਨੇ ਸਵਾਲ ਕਰਿਆ ਕਿ ਤੂੰ ਯਾਰ ਮੁਸਲਮਾਨ ਹੋ ਕੇ ਸਿੱਖਾਂ ਬਾਰੇ ਲਿਖਦਾ, ਤੈਨੂੰ ਕੀ ਲੋੜ ਹੈ, ਤੈਨੂੰ ਕੀ ਦੇਣਗੇ ਸਿੱਖ? ਤਾਂ ਮੈਂ ਉੱਥੇ ਮੇਰਾ ਇੱਕੋ ਹੀ ਜਵਾਬ ਹੁੰਦਾ ਸੀਗਾ, ਨਾ ਤਾਂ ਮੈਂ ਲੈਣ ਲਈ ਲਿਖ ਰਿਹਾ ਕੁਛ, ਤੇ ਨਾ ਮੇਰੀ ਇਹੋ ਜਿਹੀ ਮਨਸ਼ਾ। ਮੈਂ ਲਿਖ ਰਿਹਾ ਆਪਦਾ ਫਰਜ਼ ਅਦਾ ਕਰ ਰਿਹਾ, ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਤੁਸੀਂ ਜਾਣਦੇ ਹੋ 2010 ਤੋਂ ਪਹਿਲਾਂ ਮੇਰਾ ਜਿੰਨਾ ਵੀ ਕੰਮ ਹੈ ਪੰਜਾਬੀ ਗਾਇਕੀ ਦੇ ਉੱਤੇ ਹੈ। ਪੰਜਾਬੀ ਦਾ ਕੋਈ, ਪੰਜਾਬ ਦਾ ਇਦਾਂ ਦਾ ਕੋਈ ਕਲਾਕਾਰ ਨਹੀਂ ਜਿਹਦੇ ਬਾਰੇ ਮੈਂ ਲਿਖਿਆ ਨਹੀਂ। ਪੰਜਾਬੀ ਭਾਸ਼ਾ ਦੇ ਉੱਤੇ ਕੰਮ ਹੈ, ਪੋਇਟਰੀ ਦੇ ਉੱਤੇ ਕੰਮ ਹੈ ਮੇਰਾ। ਪਰ 2010 ਤੋਂ ਬਾਅਦ ਮੈਂ ਨਿਰਸਵਾਰਥ ਕੰਮ ਕਰ ਰਿਹਾ। ਪੰਜਾਬ ਦੇ ਨਾਲ ਵਿਦੇਸ਼ ਦਾ ਕੋਈ ਵੀ ਬੰਦਾ ਇਹ ਕਹਿ ਦੇਵੇ ਕਿ ਅਲੀ ਨੇ ਸਾਨੂੰ ਇੱਕ ਵੀ ਕਿਤਾਬ ਮੁੱਲ ਵੇਚੀ ਹੈ, ਮੈਂ ਲਿਖਤੀ ਰੂਪ 'ਚ ਦੇਣ ਨੂੰ ਤਿਆਰ ਹਾਂ। ਅਸੀਂ ਬਖੂ ਸਾਹਿਬ ਤੁਹਾਨੂੰ ਹੋਰ ਦੱਸਦਾ, ਇਹ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ ਲੈ ਲਓ, ਵੱਡਾ ਘੱਲੂਘਾਰਾ ਕਿਤਾਬ ਲੈ ਲਓ, ਅਸੀਂ ਕਿਸੇ ਵੀ ਬੰਦੇ ਨੂੰ ਮੁੱਲ ਨਹੀਂ ਵੇਚੀ। ਈਵਨ ਕਿ ਅਸੀਂ ਕੋਰੀਅਰ ਕਰਨ ਦੇ ਪੈਸੇ ਵੀ ਨਹੀਂ ਲਏ, ਕੋਰੀਅਰ ਨਾ ਕਰਨੀ ਮਨਜ਼ੂਰ।
ਕਿ ਕੱਲੂ ਬੰਦਾ ਕਿਤੇ ਖੜਾ ਹੋ ਕੇ ਛਾਤੀ ਤਾਣ ਕੇ ਇਹ ਨਾ ਕਹਿ ਦੇਵੇ ਕਿ ਤੁਹਾਨੂੰ ਅਸੀਂ ਪੈਸੇ ਦਿੱਤੇ ਸੀ ਤਾਂ ਸਾਤੋਂ ਕੋਰੀਅਰ ਕਰਵਾਈ। ਐਂ ਕਹਿੰਦਾ ਵੀਰ ਜੀ ਕਿਤਾਬ ਇੱਕ ਦੀ ਬਜਾਏ 2 ਲੈ ਜਿਓ, ਪਰ ਕੋਰੀਅਰ ਨਹੀਂ ਕਰੂੰਗਾ ਮੈਂ। ਕਿਉਂਕਿ ਅਸੀਂ ਕੀ ਕੀਤਾ, ਅਸੀਂ ਸਿਸਟਮ ਦੇ ਨਾਲ ਚੱਲ ਰਹੇ ਹਾਂ। ਅਸੀਂ ਕਿਤਾਬ ਜਦੋਂ ਛਾਪਦੇ ਹੁਣ ਤੱਕ ਅਸੀਂ ਤੁਹਾਨੂੰ ਮੈਂ ਤੁਹਾਡੀ ਜਾਣਕਾਰੀ ਦੱਸਦਾ, ਸਰੋਤਿਆਂ ਦੀ ਵੀ, ਸੰਗਤ ਨੂੰ ਵੀ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ। ਹੁਣ ਤੱਕ ਅਸੀਂ ਲਗਭਗ 20,000 ਦੇ ਕਰੀਬ ਕਿਤਾਬ ਵੰਡ ਚੁੱਕੇ ਹਾਂ ਤੇ ਕਿਸੇ ਤੋਂ ਕੋਈ ਪੈਸਾ ਨਹੀਂ ਲੱਤਾ। ਅਸੀਂ ਕਦੋਂ ਕਹਿੰਦੇ ਆ, ਜਦੋਂ ਕਿਤਾਬ ਛਪਾਉਣੀ ਹੁੰਦੀ ਹੈ ਉਦੋਂ ਜ਼ਰੂਰ ਬੇਨਤੀ ਕਰ ਦਿੰਦੇ ਆ ਸੰਗਤ ਨੂੰ ਕਿ ਜੀ ਤੁਸੀਂ ਸਾਡੀ ਸਪੋਰਟ ਕਰੋ, ਅਸੀਂ ਕੰਮ ਕਰ ਰਹੇ ਹਾਂ ਜੀ, ਜਾਂ ਅਸੀਂ ਕਿਤਾਬ ਛਪਾਉਣੀ ਹੈ। ਤੇ ਲਿਖਣ ਦੇ ਲਈ, ਕਿਸੇ ਤਰ੍ਹਾਂ ਦੀ ਕਿਸੇ ਨੂੰ ਭੇਜਣ ਦੇ ਲਈ, ਕਿਤਾਬ ਦੇਣ ਦੇ ਲਈ ਬਾਈ ਅਵਤਾਰ ਸਿੰਘ ਸ਼ੇਰਗਿੱਲ ਹੋ ਗਏ, ਆਪਣਾ ਬਿਕਰਮਜੀਤ ਸ਼ੇਰਗਿੱਲੋਂ ਨਹੀਂ ਹੋ ਗਏ, ਏਐਸ ਰਾਏ ਸਾਹਿਬ ਹੋ ਗਏ, ਇਕਬਾਲ ਸਿੰਘ ਗਿੱਲੋਂ ਨਹੀਂ ਹੋ ਗਏ। ਸਾਡਾ ਇੱਕ ਗਰੁੱਪ ਹੈ, ਅਸੀਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ ਤੇ ਸਭ ਦਾ ਸਹਿਯੋਗ ਹੈ ਸਾਡਾ। ਬਿਲਕੁਲ ਜੀ, ਬੜੀ ਸੁੰਦਰ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਤੁਸੀਂ ਹੁਣ ਜਿੰਨਾ ਵੀ ਲਿਖ ਰਹੇ ਹੋ ਇਹ ਸਾਂਝਾਂ ਬਾਰੇ ਲਿਖ ਰਹੇ ਹੋ। ਹਾਂ, ਮੈਂ ਹੁਣ ਦੱਸਦਾ ਤੁਹਾਨੂੰ, ਜਿਹੜੀ ਕਿ ਅੱਜ ਕੱਲ ਮੈਂ ਅਗਲੇ ਸਾਲ ਗੁਰੂ ਸਾਹਿਬ ਦਾ 400 ਸਾਲਾ ਮਨਾਇਆ ਜਾਣਾ, ਗੁਰੂ ਤੇਗ ਬਹਾਦਰ ਸਾਹਿਬ ਦਾ। ਸੋ ਉਸ ਚੀਜ਼ ਦੇ ਉੱਤੇ ਮੈਂ ਕੰਮ ਕਰ ਰਿਹਾ, ਕਿਉਂਕਿ ਗੁਰੂ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਗੱਲ ਦੁਹਰਾ ਰਿਹਾ, ਦੁਬਾਰੇ ਗੱਲ ਕਰਦਾ ਹੋਈ ਕਿ ਮਾਲਵੇ ਦੀ ਧਰਤੀ ਇੱਕ ਭਾਗਾਂ ਭਰੀ ਧਰਤੀ ਹੈ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਆਮਦ ਰਹੀ ਹੈ, ਚਰਨ ਛੋਹ ਪ੍ਰਾਪਤ ਸਥਾਨ ਨੇ ਇੱਥੇ ਸਾਡੇ। ਠੀਕ ਹੈ ਜੀ, ਉਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਲਸਾਨੀ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਮੁਸਲਮਾਨ ਮਿੱਤਰ ਤੇ ਸੀਸ ਯਾਤਰਾ ਜੀ। ਜੇ ਮੈਂ ਗੱਲ ਕਰਦਾ ਦਰਗਾਹੀ ਸ਼ਾਹ ਜੀ ਦੀ ਕਿੰਨੀ ਵੱਡੀ ਕੁਰਬਾਨੀ ਹੈ। ਬਿਲਕੁਲ ਜੀ, ਅਸੀਂ ਤੁਹਾਡੇ ਕੋਲ ਹੋਰ ਵੀ ਬੜਾ ਲਾਹਾ ਲਵਾਂਗੇ, ਪਰ ਸਮੇਂ ਦੀਆਂ ਘੜੀਆਂ ਕਿਤੇ ਨਾ ਕਿਤੇ ਸਾਨੂੰ ਅਲੀ ਜੀ ਰੋਕਦੀਆਂ ਨੇ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਵੀ ਇੱਕ ਤਿਲਫੁਲ ਯੋਗਦਾਨ ਪਾ ਰਹੇ ਹੋ ਵੀ ਸਾਡੀਆਂ ਦੁਸ਼ਮਣੀਆਂ ਨਾ ਪੈਣ, ਸਾਡੇ ਪਿਆਰ ਪੈਣ ਜੀ। ਇੱਥੇ ਦਰਸ਼ਕੋ ਮੈਂ ਛੋਟੀ ਜੀ ਗੱਲ ਨਾਲ ਦੀ ਨਾਲ ਕਲੀਅਰ ਕਰਦੇ ਹਾਂ, ਕਿਸੇ ਦੇ ਮਨ ਦੇ ਵਿੱਚ ਇਹ ਨਾ ਆਵੇ ਕਿ ਅਸੀਂ ਆਪਣੀ ਹੋਂਦ ਨੂੰ ਖਤਮ ਕਰਕੇ ਅੱਗੇ ਵਧਣਾ। ਬਿਲਕੁਲ ਨਹੀਂ। ਮੈਂ ਸਿੱਖ ਹਾਂ, ਸਿੱਖ ਵਿਚਾਰਧਾਰਾ ਨਾਲ ਪਿਆਰ ਕਰਦਾ ਮਾਂ। ਵੀਰ ਮੁਸਲਮਾਨ ਹੈ, 5 ਵਕਤ ਦਾ ਨਮਾਜ਼ੀ ਹੈ, ਪਰ ਉਹਦੇ ਇਹ ਨਹੀਂ ਅਰਥ ਹੁੰਦੇ ਵੀ ਇੱਕ ਦੂਜੇ ਨੂੰ ਘੂਰੀ ਵੱਟ ਕੇ ਵੇਖਾਂਗੇ ਤੇ ਤਾਂ ਮੈਂ ਸਿੱਖਾਂ ਤੇ ਇਹ ਮੁਸਲਮਾਨ ਨੇ। ਅਸੀਂ ਇਕੱਠੇ ਬਹਿ ਸਕਦੇ ਹਾਂ, ਇਕੱਠੇ ਸਫ਼ਰ ਕਰ ਸਕਦੇ ਹਾਂ, ਇਕੱਠੇ ਨੌਕਰੀ ਕਰ ਸਕਦੇ ਹਾਂ, ਇਕੱਠੇ ਤੁਰ ਫਿਰ ਸਕਦੇ ਹਾਂ, ਪਰਿਵਾਰਕ ਇੱਕ ਦੂਜੇ ਦੇ ਖੁਸ਼ੀਆਂ ਗਮੀਆਂ ਵਿੱਚ ਜਾ ਸਕਦੇ ਹਾਂ। ਇਹ ਸਾਡੀਆਂ ਆਪਸੀ ਸਾਂਝਾ ਹੋਣੀਆਂ ਜਿਹੜੀਆਂ ਨੇ ਬੜੀਆਂ ਜ਼ਰੂਰੀ ਨੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨਾਲ ਭਾਈ ਮਰਦਾਨਾ ਜੀ ਨੇ, ਇਹ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿੱਡੀ ਵੱਡੀ ਸਾਨੂੰ ਸੇਧ ਦਿੱਤੀ ਹੈ ਵੀ ਗੱਲ ਧਰਮ ਦੀ ਨਹੀਂ ਹੁੰਦੀ, ਗੱਲ ਪਿਆਰ ਦੀ ਹੋ ਜਾਂਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅਸੀਂ ਜਦੋਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਸ਼ਾਗਿਰਦ ਹਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹਾਂ, ਤੇ ਕਿਤੇ ਨਾ ਕਿਤੇ ਉਹ ਸਾਂਝਾ ਸਾਡੇ ਵਿੱਚ ਵੀ ਬਰਕਰਾਰ ਹੋਣ। ਪਰ ਇਹਨਾਂ ਸਾਂਝਾਂ ਦੇ ਵਿੱਚ ਇੱਕ ਚੀਜ਼ ਦਾ ਬਹੁਤ ਵੱਡੇ ਪੱਧਰ ਤੇ ਖਿਆਲ ਰੱਖਣਾ ਪੈਂਦਾ ਹੈ। ਜਿਵੇਂ ਅਲੀ ਰਾਜਪੁਰਾ ਵੀਰ ਜੀ ਨੇ ਸੁੰਦਰ ਐਗਜ਼ਾਮਪਲ ਦਿੱਤੀਆਂ, ਉਦਾਹਰਨਾਂ ਦਿੱਤੀਆਂ ਕਿ ਮੁਸਲਮਾਨਾਂ ਤੇ ਸਿੱਖਾਂ ਦਾ ਆਪਸੀ ਪਿਆਰ ਐਸਾ ਸੀ, ਪਰ ਜਦੋਂ ਕੁਝ ਘਟਨਾਵਾਂ ਐਸੀਆਂ ਵਾਪਰ ਜਾਂਦੀਆਂ ਨੇ, ਉਹ ਭਾਵੇਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਨਾਲ ਹੋਵੇ ਤੇ ਭਾਵੇਂ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਬੇਟੀ ਨਾਲ ਐਸਾ ਕੁਝ ਵਾਪਰ ਜਾਂਦਾ ਹੈ ਤੇ ਜ਼ਿਕਰ ਅਗਲੇ ਪਾਸੇ ਆ ਜਾਂਦਾ ਹੈ ਵੀ ਕੁਝ ਮੁਸਲਮਾਨ ਲੜਕੀਆਂ ਵੱਲੋਂ, ਤੇ ਬੜੀ ਤਕਲੀਫ ਉਦੋਂ ਹੁੰਦੀ ਹੈ ਵੀ ਅਸੀਂ ਤੇ ਸਾਂਝਾ ਬਣਾਉਣ ਦੀ ਗੱਲ ਕਰਦੇ ਪਏ ਹਾਂ, ਪਰ ਇਹੋ ਜਿਹੀਆਂ ਘਟਨਾਵਾਂ ਐਸੀ ਜਗ੍ਹਾ ਦੇ ਉੱਪਰ ਵਾਪਰ ਜਾਣੀਆਂ, ਇਹ ਸਾਡੀਆਂ ਦੂਰੀਆਂ ਬਣਾਉਂਦੀਆਂ ਨੇ। ਉੱਥੇ ਮੈਂ ਅਲੀ ਰਾਜਪੁਰਾ ਵਰਗੇ ਵੀਰ ਔਰ ਹੋਰ ਸਾਡੇ ਜਿਹੜੇ ਬੜੇ ਸਿਆਣੇ ਮੁਸਲਮਾਨ ਵੀਰ ਨੇ, ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇਹ ਆਪਣੀ ਇਸ ਤਰੀਕੇ ਦੀ ਆਵਾਜ਼ ਬੁਲੰਦ ਕਰਨ ਵੀ ਘੱਟੋ ਘੱਟ ਜਿਹੜੇ ਮੁਸਲਮਾਨ ਦੇਸ਼ ਨੇ ਉਹਨਾਂ ਦੇ ਵਿੱਚ ਵੀ ਇਹ ਸਾਂਝਾਂ ਦੀ ਗੱਲ ਕਰਕੇ ਘੱਟੋ ਘੱਟ ਸਿੱਖਾਂ ਨੂੰ ਕਿਸੇ ਵੀ ਤਰੀਕੇ ਦੇ ਉੱਪਰ ਪਰੇਸ਼ਾਨ ਨਾ ਕੀਤਾ ਜਾਵੇ। ਉਹ ਭਾਵੇਂ ਅਫਗਾਨਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹਮਲਾ ਹੋ ਜਾਣਾ, ਧਮਾਕਾ ਹੋ ਜਾਣਾ, ਇੰਨੇ ਸਿੱਖਾਂ ਦਾ ਇੱਕ ਦਿਨ ਦੇ ਵਿੱਚ ਅਕਾਲ ਚਲਾਣਾ ਕਰ ਜਾਣਾ, ਮੈਂ ਤੇ ਸ਼ਹੀਦ ਸ਼ਬਦ ਵਰਤਾਂਗਾ। ਤੇ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਉਹ ਜਦੋਂ ਸਾਂਝਾਂ ਦੀ ਗੱਲ ਕਰਾਂਗੇ, ਮੇਰੇ ਖਿਆਲ ਦੇ ਵਿੱਚ ਉਹ ਸਾਂਝਾਂ ਦੇ ਵਿੱਚੋਂ ਸ਼ਰਮਸਾਰ ਹੋਣਗੇ ਉਹ ਲੋਕ ਜਿਹੜੇ ਸਾਂਝਾਂ ਨੂੰ ਬੜੀਆਂ ਦੂਰੀਆਂ ਤੇ ਵਿੱਥਾਂ ਪਾ ਰਹੇ ਨੇ। ਬੜੀ ਜਲਦੀ ਦਰਸ਼ਕੋ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।